ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੀ ਵੀਡੀਓ ਵਿੱਚ ਆਪਾਂ ਰਾਈਸ ਦੀਆਂ ਵੈਰਾਈਟੀਜ਼ ਤੱਕ ਮੇਨਲੀ ਕਵਰ ਕਰ ਲਿਆ ਸੀ ਤੇ ਇੰਟਰੋਡਕਸ਼ਨ ਦੇ ਵਿੱਚ ਜੋ ਮੇਨ ਪੁਆਇੰਟਸ ਦਿੱਤੇ ਆ ਪੈਕੇਜ ਆਫ ਪ੍ਰੈਕਟਿਸਿਸ ਦੇ ਵਿੱਚ ਉਹ ਕਵਰ ਕਰ ਲਏ ਸੀ। ਹੁਣ ਆਪਾਂ ਗੱਲ ਕਰਦੇ ਹਾਂ ਰਾਈਸ ਦੀ ਟ੍ਰਾਂਸਪਲਾਂਟਿੰਗ ਦੀ। ਆਹ ਚੀਜ਼ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹਨਾਂ ਦੇ ਸੋਇੰਗ ਟਾਈਮ, ਨਰਸਰੀ ਦੇ ਸੋਇੰਗ ਟਾਈਮ ਕਦੋਂ ਹੋਣੇ ਚਾਹੀਦੇ ਆ। ਹੁਣ ਆਪਾਂ ਅੱਗੇ ਚੱਲਦੇ ਹਾਂ ਸੀਡ ਰੇਟ ਤੇ ਸੀਡ ਟ੍ਰੀਟਮੈਂਟ ਵੱਲ। ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਵੀ ਸੀਡ ਨੂੰ ਆਪਾਂ ਡਿਪ ਕਰਨਾ ਹੈ ਕਾफ़ी ਸਾਰੇ ਪਾਣੀ ਵਿੱਚ, ਟੱਬ ਜਾਂ ਬਕਟ ਲੈ ਲੈਣਾ, ਠੀਕ ਹੈ। ਉਹਦੇ ਵਿੱਚ ਆਪਾਂ ਉਹਨੂੰ ਡਿਪ ਕਰਾਂਗੇ। ਜਿਹੜਾ ਹਲਕਾ ਸੀਡ ਹੋਊਗਾ ਉਹ ਫਲੋਟ ਕਰ ਜਾਊਗਾ, ਉਹਨੂੰ ਆਪਾਂ ਉੱਪਰੋਂ ਰਿਮੂਵ ਕਰ ਦਿਆਂਗੇ। ਤੇ ਜਿਹੜਾ ਹੈਵੀ ਸੀਡ ਹੋਊਗਾ ਉਹ ਥੱਲੇ ਬਹਿ ਜਾਊਗਾ, ਸੈਟਲ ਹੋ ਜਾਊਗਾ। ਉਹਦਾ ਹੈਵੀ ਸੀਡ ਦਾ ਆਪਾਂ 8 ਕਿਲੋ ਸੀਡ, ਹੈਵੀ ਸੀਡ ਆਪਾਂ ਸੋਇੰਗ ਲਈ ਵਰਤਾਂਗੇ 1 ਕਿੱਲੇ ਲਈ। ਸੋ ਇਹਦਾ ਸੀਡ ਰੇਟ ਜੇ ਆਪਾਂ ਨੂੰ ਕੋਈ ਪੁੱਛੇ ਵੀ ਪੈਡੀ ਦਾ ਕਿੰਨਾ ਪੰਜਾਬ ਕੰਡੀਸ਼ਨਸ ਦੇ ਵਿੱਚ ਪਰ ਏਕੜ ਦੇ ਹਿਸਾਬ ਨਾਲ ਤਾਂ ਉਹ 8 kg ਆ, ਕਿਉਂਕਿ ਆਪਾਂ ਨਰਸਰੀ 8 kg ਦੀ ਲਾਉਣੇ ਆ 1 ਕਿੱਲੇ ਲਈ, ਕਨਵੈਨਸ਼ਨਲ ਤਰੀਕੇ ਦੀ ਜਿਹੜੀ ਨਰਸਰੀ ਆ, ਠੀਕ ਹੈ। ਫਿਰ ਸੀਡ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਵੀ ਸਪ੍ਰਿੰਟ ਨਾਲ ਇਹਨੂੰ ਟ੍ਰੀਟ ਕਰ ਦਿਓ। ਸਪ੍ਰਿੰਟ ਦੇ ਵਿੱਚ ਕਿਹੜੇ ਸਾਲਟਸ ਆਉਂਦੇ ਆ? ਕਾਰਬੈਂਡਾਜ਼ਿਮ ਪਲੱਸ ਮੈਨਕੋਜ਼ੇਬ, ਠੀਕ ਹੈ। ਜੇ ਤਾਂ 1 ਕਿਲੋ ਸੀਡ ਦੀ ਗੱਲ ਕਰੀਏ ਉਹਦੇ ਲਈ ਤਾਂ 3 ਗ੍ਰਾਮ ਫਾਰਮੂਲੇਸ਼ਨ ਪਊਗੀ। ਇਹ ਫੰਜੀਸਾਈਡ ਹੈ ਨਾ ਸਪ੍ਰਿੰਟ। 1 ਕਿਲੋ ਲਈ 3 ਗ੍ਰਾਮ ਪਊਗੀ, 3 ਗ੍ਰਾਮ ਤਾਂ 8 ਕਿਲੋ ਲਈ ਕਿੰਨੀ ਪਊਗੀ? 24। 3 × 8 = 24 ਹੈ ਨਾ। ਤੇ ਜੇ ਪਾਣੀ ਦੀ ਗੱਲ ਕਰੀਏ ਤਾਂ 1 ਕਿਲੋ ਸੀਡ ਲਈ 10 ਤੋਂ 12 ml ਵਾਟਰ ਹੈ ਤੇ 1 ਕਿੱਲੇ ਦੇ ਸੀਡ ਲਈ ਦੈਟ ਇਜ਼ 8 ਕਿਲੋਗ੍ਰਾਮ 80 ਤੋਂ 100 ml ਵਾਟਰ ਵਰਤਣਾ। ਲੈਂਡ ਪ੍ਰੈਪਰੇਸ਼ਨ ਆਪਾਂ ਨਰਸਰੀ ਸੋਇੰਗ ਲਈ ਕਿਸ ਤਰ੍ਹਾਂ ਕਰਨੀ ਹੈ? ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ 12 ਤੋਂ 15 ਟਨ ਵੈਲ ਰੋਟਨ ਫਾਰਮ ਐਡ ਮੈਨਿਓਰ ਪਾਉਣਾ 1 ਕਿੱਲੇ ਦੇ ਹਿਸਾਬ ਨਾਲ। ਇਹ ਧਿਆਨ ਦੇਣਾ 1 ਕਿੱਲੇ ਦੇ ਹਿਸਾਬ ਨਾਲ ਆਪਾਂ 12 ਤੋਂ 15 ਟਨ, ਤੇ ਇੱਥੇ ਵੀ ਟਨ ਹੈ, ਇਹ ਵੀ ਯਾਦ ਰੱਖਣਾ ਹੈ, ਕਿਲੋਗ੍ਰਾਮ ਜਾਂ ਕੁਇੰਟਲ ਨਹੀਂ ਹੈਗਾ। ਕਿਲੋਗ੍ਰਾਮ ਤਾਂ ਬਹੁਤ ਘੱਟ ਰਹਿ ਜਾਊਗਾ। ਸੋ 12 ਤੋਂ 15 ਟਨ ਫਾਰਮ ਐਡ ਮੈਨਿਓਰ ਪਾਉਣਾ ਆਪਾਂ। ਉਹਨੂੰ ਫਿਰ ਪਾਣੀ ਲਾ ਦੇਣਾ। ਜਦੋਂ ਆਪਾਂ ਪਾਣੀ ਲਾਵਾਂਗੇ ਤਾਂ ਕੁਝ ਦਿਨਾਂ 'ਚ ਵੀਡਸ ਉੱਭਰ ਆਉਣਗੇ। ਵੀਡਸ ਨੂੰ ਫਿਰ ਆਪਾਂ ਮਾਰ ਦਿਆਂਗੇ। ਇਹ ਆਪਾਂ ਇਸ ਕਰਕੇ ਕਰਦੇ ਵੀ ਪਾਣੀ ਲਾਉਣ ਨਾਲ ਜਿੰਨੇ ਵੀ ਵੀਡਸ ਦੇ ਬੀ ਆਪਣੀ ਮਿੱਟੀ ਵਿੱਚ ਪਏ ਆ ਹੈ ਨਾ, ਉਹ ਉਗਾਉਣਗੇ ਤੇ ਆਪਾਂ ਪਲੋ ਕਰ ਦਿਆਂਗੇ। ਪਲੋ ਕਰਨ ਨਾਲ ਉਹ ਮਰ ਜਾਣਗੇ ਤਾਂ ਥੋੜੀ ਜਿਹੀ ਆਪਣੀ ਵੀਡਸ ਦੀ ਸਮੱਸਿਆ ਘਟ ਜੂਗੀ। ਉਸ ਤੋਂ ਬਾਅਦ ਕੀ ਕਰਨਾ ਆਪਾਂ? ਜਿਹੜੇ ਆਪਣੇ ਟ੍ਰੀਟਡ ਸੀਡਸ ਆ, ਜਿਹੜੇ ਆਪਾਂ ਸਪ੍ਰਿੰਟ ਨਾਲ ਟ੍ਰੀਟ ਕੀਤੇ ਸੀ, ਉਹਨਾਂ ਦੀ ਆਪਾਂ ਨਾ ਥੱਲੇ ਇੱਕ ਪਹਿਲਾਂ ਤਾਂ ਬੋਰੀਆਂ ਵਿਛਾ ਲੈਣੀਆਂ, ਵੈਟ ਗਨੀ ਬੈਗਸ ਗਿੱਲੀਆਂ ਕਰਕੇ ਨਾ ਆਪਾਂ ਬੋਰੀਆਂ ਪਹਿਲਾਂ ਇੱਕ ਲੇਅਰ ਥੱਲੇ ਵਿਛਾ ਲੈਣੀ ਆ। ਉਹਦੇ ਉੱਤੇ ਆਪਾਂ 7 ਤੋਂ 8 ਸੈਂਟੀਮੀਟਰ ਥਿਕ ਲੇਅਰ 7 ਤੋਂ 8 ਸੈਂਟੀਮੀਟਰ ਥਿਕ ਲੇਅਰ ਬੀਆਂ ਦੀ ਵਿਛਾ ਦੇਣੀ, ਬੀਜ ਦੀ, ਠੀਕ ਹੈ। ਉਹਦੇ ਉੱਤੇ ਵੀ ਫਿਰ ਵੈਟ ਗਨੀ ਬੈਗਸ ਬੋਰੀਆਂ ਗਿੱਲੀਆਂ ਕਰਕੇ ਉਹਦੇ ਉੱਤੇ ਵੀ ਆਪਾਂ ਵਿਛਾ ਦੇਣੀਆਂ। ਇਸ ਤਰੀਕੇ ਨਾਲ ਕੀ ਹੋਊਗਾ? ਸੀਡਸ ਆ ਜਿਹੜੇ ਆਪਣੇ ਸਪਰਾਊਟ ਕਰ ਜਾਣਗੇ ਆਲਮੋਸਟ 1 ਤੋਂ 1.5 ਦਿਨ ਦੇ ਵਿੱਚ, ਠੀਕ ਹੈ। ਇਹ ਆਪਾਂ ਸੀਡਸ ਨੂੰ ਸਪਰਾਊਟ ਕਰਨ ਲਈ ਇਦਾਂ ਕੀਤਾ। ਫਿਰ ਆਪਾਂ ਕੀ ਕਰਨਾ? ਆਪਾਂ ਜਿਹੜੀ ਆਪਾਂ ਮਿੱਟੀ ਤਿਆਰ ਕੀਤੀ ਆ ਉਹਦੇ ਵਿੱਚ ਆਪਾਂ 26 ਕਿਲੋ ਯੂਰੀਆ, 60 ਕਿਲੋ SSP ਤੇ ਜ਼ਿੰਕ ਸਲਫੇਟ ਪਾਉਣਾ। ਜ਼ਿੰਕ ਸਲਫੇਟ ਜੇ ਤਾਂ ਹੈਪਟਾਹਾਈਡਰੇਟ ਵਰਤਣਾ, ਹੈਪਟਾਹਾਈਡਰੇਟ ਸਦਾ ਜ਼ਿਆਦਾ ਵਰਤਿਆ ਜਾਊਗਾ। ਹੈਪਟਾਹਾਈਡਰੇਟ ਵਰਤਣਾ ਤਾਂ 40 ਕਿਲੋ ਤੇ ਜੇ ਮੋਨੋਹਾਈਡਰੇਟ ਵਰਤਣਾ ਜ਼ਿੰਕ ਸਲਫੇਟ ਤਾਂ 25.5 ਕਿਲੋ ਵਰਤਾਂਗੇ 1 ਕਿੱਲੇ ਦੇ ਹਿਸਾਬ ਨਾਲ। 8 ਕਿਲੋ ਸੀਡ ਆ ਜਿਹੜਾ ਆਪਾਂ ਨਾ ਪੁੰਗਰਿਆ ਹੋਇਆ ਬੀਜ ਆ, ਜਿਹੜਾ ਆਪਾਂ ਇਸ ਤਰੀਕੇ ਨਾਲ ਪੁੰਗਰਾਇਆ ਬੀ ਹੈ ਨਾ। 8 ਕਿਲੋ ਪੁੰਗਰੇ ਹੋਏ ਬੀਜ ਨੂੰ ਫਿਰ ਆਪਾਂ ਉਹਦੇ ਵਿੱਚ ਬੀਜ ਦਿਆਂਗੇ ਆਪਣੀ ਨਰਸਰੀ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਵੀ 1 ਕਿੱਲੇ ਲਈ ਆਪਾਂ ਨੂੰ ਕਿੰਨੇ ਏਰੀਆ ਦੀ ਲੋੜ ਹੋਊਗੀ? 1 ਕਿੱਲੇ ਲਈ ਆਪਾਂ ਨੂੰ 160 ਮੀਟਰ ਸਕੁਅਰ ਏਰੀਆ ਚਾਹੀਦਾ ਹੋਊਗਾ ਨਰਸਰੀ ਦਾ, ਜਿਹੜਾ ਕਿ 6.5 ਮਰਲੇ ਬਣਦਾ। 6.5 ਮਰਲੇ ਆਪਾਂ 1 ਕਿੱਲੇ ਲਈ ਨਰਸਰੀ ਬੀਜਦੇ ਆ, ਠੀਕ ਹੈ। ਹੁਣ ਇਹਦੇ ਨਾਲ ਹੀ ਆਪਾਂ ਇਹ ਵੀ ਯਾਦ ਕਰ ਲਈਏ ਵੀ 1 ਏਕੜ ਦੇ ਵਿੱਚ 1 ਕਿੱਲੇ ਦੇ ਵਿੱਚ ਕਿੰਨੇ ਕਨਾਲ ਹੁੰਦੇ? 8 ਕਨਾਲ ਹੁੰਦੇ ਆ ਤੇ ਟੋਟਲ ਮਰਲੇ 1 ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ। ਤੇ 1 ਕਿੱਲੇ ਦੇ ਵਿੱਚ ਫਿਰ ਕਿੰਨੇ ਮਰਲੇ ਹੋਏ? 160 ਮਰਲੇ। ਸੋ ਦੇਖੋ ਵੀ ਕਿੱਲੇ ਦੇ ਕਿੰਨੇ ਛੋਟੇ ਜਿਹੇ ਪਾਰਟ ਦੇ ਵਿੱਚ ਆਪਾਂ ਨਰਸਰੀ ਬੀਜ ਰਹੇ ਆ ਪੂਰੇ 1 ਏਕੜ ਲਈ। 160 ਮਰਲੇ ਉਹਦੇ ਵਿੱਚ ਤੇ ਆਪਾਂ ਸਿਰਫ 6.5 ਮਰਲੇ ਦੀ ਨਰਸਰੀ ਬੀਜਾਂਗੇ, ਠੀਕ ਹੈ। ਤਾਂ ਹੁਣ 26 ਕਿਲੋ ਯੂਰੀਆ, 60 ਕਿਲੋ SSP ਤੇ 40 ਕਿਲੋ ਜਾਂ 25.5 ਕਿਲੋ ਜ਼ਿੰਕ ਸਲਫੇਟ ਆਪਾਂ ਬਿਜਾਈ ਵੇਲੇ ਪਾਤਾ। ਫਿਰ ਇੱਕ ਹੋਰ ਡੋਜ਼ ਪਊਗੀ ਯੂਰੀਆ ਦੀ। 26 ਕਿਲੋ ਤਾਂ ਇੱਥੇ ਪੈ ਗਈ ਸੀ ਬੇਸਲ ਡੋਜ਼, ਤੇ 26 ਕਿਲੋ ਇੱਕ ਹੋਰ ਪਊਗੀ ਤਕਰੀਬਨ 15 ਦਿਨਾਂ ਬਾਅਦ। ਜੇ ਆਪਾਂ 25 ਤੋਂ 30 ਦਿਨਾਂ ਦੀ ਨਰਸਰੀ ਲੈਣੀ ਆ ਟ੍ਰਾਂਸਪਲਾਂਟ ਕਰਨ ਲਈ, 25 ਤੋਂ 30 ਦਿਨਾਂ ਦੇ ਸੀਡਲਿੰਗ ਲੈਣੇ ਆ, ਤਾਂ 26 ਕਿਲੋ ਯੂਰੀਆ ਡੋਜ਼ ਆਪਾਂ ਫੇਰ ਪਾਤੀ 15 ਦਿਨਾਂ ਬਾਅਦ, ਫੋਰਟਨਾਈਟ ਤੇ, ਠੀਕ ਹੈ। ਜੇ ਬਾਈ ਚਾਂਸ ਆਪਣੀ ਜਿਹੜੀ ਨਰਸਰੀ ਆ ਉਹ 45 ਦਿਨਾਂ ਤੱਕ ਗੱਲ ਜਾਂਦੀ ਆ ਵੀ ਆਪਾਂ ਨੂੰ 45 ਦਿਨਾਂ ਦੀ ਨਰਸਰੀ ਲੈਣੀ ਪਊਗੀ, ਲੇਟ ਹੋ ਗਿਆ ਆਪਾਂ, ਫਿਰ ਆਪਾਂ ਨੂੰ ਲੋੜ ਪੈਣੀ ਆ 26 ਕਿਲੋ ਯੂਰੀਆ ਦੀ ਹੋਰ, ਜਿਹੜੀ ਕਿ ਆਪਾਂ ਐਗਜ਼ੈਕਟ 4 ਹਫ਼ਤਿਆਂ ਬਾਅਦ
ਡੋਜ਼ 26 ਕਿਲੋ ਯੂਰੀਆ ਦੀ ਪਾਵਾਂਗੇ। ਆਲਮੋਸਟ ਦੁੱਗਣਾ ਸਮਾਂ ਹੋ ਗਿਆ ਹੈ ਨਾ, ਫੋਰਟਨਾਈਟ 15 ਦਿਨ ਮਤਲਬ 2 ਹਫ਼ਤੇ ਤਕਰੀਬਨ, ਹੈ ਨਾ। ਤੇ ਉਦੋਂ ਬਾਅਦ 2 ਹਫ਼ਤੇ ਜੇ ਹੋਰ ਲੰਘੇ ਤਾਂ ਆਪਾਂ 26 ਕਿਲੋ ਯੂਰੀਆ ਉਹਨੂੰ ਦੁਬਾਰਾ ਪਾ ਦਿਆਂਗੇ। ਤੇ ਇਰੀਗੇਟ ਦ ਨਰਸਰੀ ਰੈਗੂਲਰਲੀ। ਆਪਾਂ ਨੂੰ ਪਤਾ ਵੀ ਜਿਹੜਾ ਬੀਆਂ ਨੂੰ ਆਪਾਂ ਪਾਣੀ ਦਿੰਦੇ ਰਹਿਣਾ ਤੇ ਥੋੜਾ ਥੋੜਾ ਦਿੰਦੇ ਰਹਿਣਾ, ਜ਼ਿਆਦਾ ਮਾਤਰਾ ਦੇ ਵਿੱਚ ਉਹਦੀ ਫਲੱਡਿੰਗ ਨਹੀਂ ਕਰਨੀ। ਦ ਸੀਡਲਿੰਗਸ ਆਰ ਰੈਡੀ। ਕਦੋਂ ਆਪਾਂ ਸੀਡਲਿੰਗਸ ਨੂੰ ਟ੍ਰਾਂਸਪਲਾਂਟ ਲਈ ਰੈਡੀ ਸਮਝਾਂਗੇ? ਇਹ ਜਿਹੜੀ ਪਨੀਰੀ ਆ ਇਹਨੂੰ ਆਪਾਂ ਕਦੋਂ ਟ੍ਰਾਂਸਪਲਾਂਟਿੰਗ ਲਈ ਰੈਡੀ ਸਮਝਾਂਗੇ? ਜਦੋਂ ਇਹਦਾ ਕੱਦ ਹੋ ਗਿਆ 20 ਤੋਂ 25 ਸੈਂਟੀਮੀਟਰ ਤੇ ਇਹਦੇ ਪੱਤੇ ਕਿੰਨੇ ਹੋ ਗਏ 6 ਤੋਂ 7 ਪੱਤੇ ਆ ਗਏ ਇਹਦੇ 'ਚ, ਤੇ ਕੱਦ ਵੇਖਣਾ ਹੋਵੇ ਤਾਂ 20 ਤੋਂ 25 ਸੈਂਟੀਮੀਟਰ ਦਾ ਦੀ ਕੱਲੀ ਜਿਹੜੀ ਪਨੀਰੀ ਆ, ਜਿਹੜਾ ਕੱਲਾ ਪੌਦਾ ਉਹ 20 ਤੋਂ 25 ਸੈਂਟੀਮੀਟਰ ਦਾ ਹੋਊਗਾ। ਹੁਣ ਆਪਾਂ ਡੈਫੀਸ਼ੀਐਂਸੀ ਦੀ ਗੱਲ ਕਰੀਏ। ਰਾਈਸ ਦੇ ਵਿੱਚ ਜਾਂ ਤਾਂ ਆਇਰਨ ਡੈਫੀਸ਼ੀਐਂਸੀ ਹੋਊਗੀ ਜਾਂ ਜ਼ਿੰਕ ਡੈਫੀਸ਼ੀਐਂਸੀ ਹੋਊਗੀ, ਠੀਕ ਹੈ। ਜੇ ਆਇਰਨ ਡੈਫੀਸ਼ੀਐਂਸੀ ਆ ਤਾਂ ਮਤਲਬ ਉਹਦੇ ਸਿੰਪਟਮ ਕੀ ਹੋਊਗਾ? ਯੈਲੋਇੰਗ ਹੋਊਗੀ ਨਵੇਂ ਪੱਤਿਆਂ ਤੇ। ਰਾਈਸ ਦੇ ਕੇਸ ਆਇਰਨ ਦੀ ਡੈਫੀਸ਼ੀਐਂਸੀ ਆ ਨਾ ਜਿਹੜੀ, ਇਹ ਸਦਾ ਹੀ ਨਵੇਂ ਪੱਤਿਆਂ ਤੇ ਹੁੰਦੀ ਹੈ, ਠੀਕ ਹੈ। ਤੇ ਜੇ ਨਵੇਂ ਪੱਤੇ ਆ ਜਿਹੜੇ ਉਹ ਯੈਲੋ ਹੋ ਰਹੇ ਆ ਤਾਂ ਆਪਾਂ ਸਮਝ ਜਾਣਾ ਵੀ ਡੈਫੀਸ਼ੀਐਂਸੀ ਆ ਗਈ ਆਪਾਂ ਨੂੰ। ਫਿਰ ਆਪਾਂ ਕੀ ਕਰਨਾ? 3 ਸਪਰੇਜ਼ ਕਰਨੀਆਂ ਆਪਾਂ ਫੈਰਸ ਸਲਫੇਟ ਦੀਆਂ, ਤੇ ਉਹਦੀ ਕਿੰਨੀ ਕੰਸੈਂਟ੍ਰੇਸ਼ਨ ਰੱਖਣੀ ਆ? 0.5 ਤੋਂ 1% ਉਹਦੀ ਕੰਸੈਂਟ੍ਰੇਸ਼ਨ ਹੋਊਗੀ ਫੈਰਸ ਸਲਫੇਟ ਸੋਲਿਊਸ਼ਨ ਦੀ। ਮਤਲਬ ਅੱਧਾ ਕਿਲੋ ਤੋਂ 1 ਕਿਲੋ ਆਪਾਂ 100 ਲੀਟਰ ਪਾਣੀ ਦੇ ਵਿੱਚ ਫੈਰਸ ਸਲਫੇਟ ਵਰਤਾਂਗੇ। ਤੇ ਕਿੰਨੀਆਂ ਸਪਰੇਆਂ ਕਰਨੀਆਂ? 3 ਸਪਰੇਆਂ। ਹੁਣ 3 ਸਪਰੇਆਂ ਆਪਾਂ ਇਕੱਠੀਆਂ ਤਾਂ ਕਰ ਨਹੀਂ ਦਿਆਂਗੇ, ਮਤਲਬ ਹਫਤੇ ਦੇ ਇੰਟਰਵਲ ਤੇ ਆਪਾਂ ਕਰਨੀਆਂ ਜਦੋਂ ਤੋਂ ਆਪਾਂ ਨੂੰ ਡੈਫੀਸ਼ੀਐਂਸੀ ਸ਼ੋ ਹੋਈ। ਫਿਰ ਆਪਾਂ ਗੱਲ ਕਰੀਏ ਦੂਜੀ ਡੈਫੀਸ਼ੀਐਂਸੀ ਜਿਹੜੀ ਕਿ ਜ਼ਿੰਕ ਦੀ ਪਾਈ ਜਾਂਦੀ ਆ ਰਾਈਸ ਦੇ ਵਿੱਚ। ਉਹਦਾ ਕੀ ਸਿੰਪਟਮ ਹੋਊਗਾ? ਵੀ ਪੱਤੇ ਪਹਿਲਾਂ ਤਾਂ ਪੀਲੇ ਪੈ ਜਾਣਗੇ, ਉਸ ਤੋਂ ਬਾਅਦ ਉਹ ਰਸਟੀ ਬਰਾਊਨ ਹੋ ਜਾਣਗੇ, ਜਿਵੇਂ ਜੰਗਾਲ ਲੱਗਿਆ ਹੁੰਦਾ ਪੱਤਿਆਂ ਨੂੰ। ਫਿਰ ਇਹਦਾ ਕੀ ਟ੍ਰੀਟਮੈਂਟ ਆ? ਵੀ ਆਪਾਂ ਜ਼ਿੰਕ ਸਲਫੇਟ ਦੀ ਸਪਰੇ ਕਰਨੀ ਆ। ਹੁਣ ਆਬਵੀਅਸਲੀ ਜੇ ਹੈਪਟਾਹਾਈਡਰੇਟ ਦਾ ਉਹਦੀ ਮਾਤਰਾ ਜ਼ਿਆਦਾ ਪਊਗੀ, ਮਤਲਬ 0.5% ਕੰਸੈਂਟ੍ਰੇਸ਼ਨ ਹੋਊਗੀ, ਤੇ ਜੇ ਉਹ ਹੈਗਾ ਮੋਨੋਹਾਈਡਰੇਟ ਤਾਂ ਸਿਰਫ 0.3% ਕੰਸੈਂਟ੍ਰੇਸ਼ਨ ਹੋਊਗੀ। ਤੇ ਸਪਰੇ ਵੀ ਜ਼ਿੰਕ ਸਲਫੇਟ ਦੀ ਇੱਕ ਹੀ ਬਹੁਤ ਆ, ਜ਼ਿਆਦੀਆਂ ਸਪਰੇ ਆਪਾਂ ਨਹੀਂ ਕਰਨੀਆਂ। ਤੇ ਜਿਵੇਂ ਕਿ ਆਪਾਂ ਦੇਖਿਆ ਵੀ ਦੋਨਾਂ ਦੇ ਵਿੱਚ ਹੀ ਆਪਾਂ ਪਾਣੀ ਕਿੰਨਾ ਵਰਤਣਾ? 100 ਲੀਟਰ। ਇਸ ਤੋਂ ਬਾਅਦ ਗੱਲ ਕਰੀਏ ਵੀਡ ਕੰਟਰੋਲ ਦੀ, ਤਾਂ ਇਸ ਸਟੇਜ ਦੇ ਉੱਤੇ ਜ਼ਿਆਦਾਤਰ ਆਪਾਂ ਸਵਾਂਕ ਵੇਖਾਂਗੇ ਜਾਂ ਹੋਰ ਜਿਹੜੇ ਵੀ ਐਨੂਅਲ ਗ੍ਰਾਸਿਸ ਆਪਾਂ ਨੂੰ ਸ਼ੋ ਹੁੰਦੇ ਆ, ਉਹਨਾਂ ਲਈ ਆਪਾਂ ਨੂੰ 3 ਦਵਾਈਆਂ ਦੀ ਰਿਕਮੈਂਡੇਸ਼ਨ ਆ। ਜੇ ਤਾਂ 3 ਦਿਨਾਂ ਦੇ ਆਪਾਂ ਉਹਦਾ ਟ੍ਰੀਟਮੈਂਟ ਕਰਨਾ, 3 ਡੇਜ਼ ਆਫਟਰ ਸੋਇੰਗ। 3 ਦਿਨਾਂ ਬਾਅਦ ਤਾਂ ਆਪਾਂ ਕਰਾਂਗੇ ਸੋਫਿਟ ਅਪਲਾਈ ਕਰਾਂਗੇ, ਤੇ ਕਿੰਨੀ ਮਾਤਰਾ 'ਚ? 500 ml 'ਚ। ਤੇ ਇਹਦੇ ਸਾਲਟ ਕੀ ਆ? ਪ੍ਰੈਟਿਲਾ ਕਲੋਰ ਪਲੱਸ ਸੇਫਨਰ ਰੈਡੀ ਮਿਕਸ। ਸੇਫ ਤੇ ਫਿਟ ਮੈਂ ਇਸ ਕਰਕੇ ਹਾਈਲਾਈਟ ਕੀਤਾ, ਇਹ ਯਾਦ ਰੱਖਣ ਦੀ ਟੈਕਨੀਕ ਆ ਕਿ ਜਿਹੜਾ ਬੰਦਾ ਫਿਟ ਰਹੂਗਾ ਉਹੀ ਬੰਦਾ ਜ਼ਿੰਦਗੀ ਦੇ ਵਿੱਚ ਸੇਫ ਰਹੂਗਾ, ਡੈਥ ਤੋਂ ਬਚਿਆ ਰਹੂਗਾ। ਤੇ ਜੇ ਆਪਾਂ 7 ਦਿਨਾਂ ਤੇ ਕੰਟਰੋਲ ਕਰਨਾ ਹੋਵੇ ਵੀਡਸ ਦਾ, 7 ਡੇਜ਼ ਆਫਟਰ ਸੋਇੰਗ, ਫਿਰ ਆਪਾਂ ਕੀ ਵਰਤਾਂਗੇ? ਬੂਟਾਕਲੋਰ ਵਰਤਾਂਗੇ। ਬੂਟਾਕਲੋਰ ਇੱਕ ਸਾਲਟ ਹੈ, ਇਹਦੇ ਕਾਫੀ ਸਾਰੇ ਟ੍ਰੇਡ ਨੇਮਸ ਹੈਗੇ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਬਟ ਇੱਥੇ ਇਹਨਾਂ ਨੇ ਨਰਸਰੀ ਲਈ ਆਪਾਂ ਕਿਹੜਾ ਸਪੈਸੀਫਿਕਲੀ ਟ੍ਰੇਡ ਨੇਮ ਵਾਲਾ ਕਿਹੜਾ ਯੂਜ਼ ਕਰਨਾ ਇਹ ਇਹਨਾਂ ਨੇ ਦੱਸਿਆ ਨਹੀਂ ਆਪਾਂ ਨੂੰ। ਸੋ ਬੂਟਾਕਲੋਰ ਆਪਾਂ ਸਾਲਟ ਯੂਜ਼ ਕਰਾਂਗੇ, ਕਿੰਨਾ? 1200 ml। ਬੂਟਾਕਲੋਰ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ 1200 ml। ਹੁਣ ਇਹ ਵੇਖਣਾ ਵੀ ਆਪਾਂ ਨਾ ਇਹਨਾਂ ਦੀ ਸਪਰੇ ਨਹੀਂ ਕਰਨੀ, ਇਹਨਾਂ ਆਪਾਂ ਸੈਂਡ ਮਿਕਸਚਰ ਦੇ ਤਰ੍ਹਾਂ ਅਪਲਾਈ ਕਰਨਾ। 60 ਕਿਲੋ ਸੈਂਡ ਨੂੰ ਆਪਾਂ ਇੰਨੀ ਜਾਂ ਇੰਨੀ ਮਾਤਰਾ ਦੇ ਨਾਲ ਮਿਲਾ ਕੇ ਤੇ ਬ੍ਰੌਡਕਾਸਟ ਕਰ ਦੇਣਾ ਮਿੱਟੀ ਦੇ ਵਿੱਚ, ਠੀਕ ਹੈ। ਬ੍ਰੌਡਕਾਸਟਿੰਗ ਹੋਊਗੀ ਜੇ ਆਪਾਂ 3 ਜਾਂ 7 ਦਿਨਾਂ ਤੇ ਕਰ ਰਹੇ ਹਾਂ ਤਾਂ, ਕਿਉਂਕਿ ਉਦੋਂ ਪੌਦਾ ਕਾਫੀ ਛੋਟਾ ਹੁੰਦਾ ਹੈ ਨਾ, ਉਹਦੇ ਤੇ ਆਪਾਂ ਕੀ ਸਪਰੇ ਕਰਨੀ ਆ। ਉਦੋਂ ਬਾਅਦ ਫਿਰ 15 ਤੋਂ 20 ਦਿਨਾਂ ਤੇ ਆਪਾਂ ਸਪਰੇ ਕਰ ਸਕਦੇ ਹਾਂ। ਕਾਦੀ ਸਪਰੇ ਕਰਾਂਗੇ? ਬਿਸਪਾਇਰੀ ਬੈਗ ਦਾ ਸਾਲਟ ਹੈ, ਤੇ ਇਹਦੇ ਟ੍ਰੇਡ ਨੇਮਸ ਕੀ ਹੈ? ਨੋਮਿਨੀ ਗੋਲਡ, ਤਾਰਕ, ਮਾਚੋ ਤੇ ਜਾਂ ਵਾਸ਼ ਆਊਟ, ਠੀਕ ਹੈ। ਇਹਦੀ ਮਾਤਰਾ ਸਭ ਤੋਂ ਘੱਟ ਆ, ਓਨਲੀ 100 ml। ਤਾਂ ਇਹ ਤਾਂ ਹੋ ਗਿਆ ਜੀ ਆਪਣਾ ਵੀਡ ਕੰਟਰੋਲ। ਇਹ ਧਿਆਨ ਦੇਣਾ ਕਿ ਇਹ ਨਰਸਰੀ ਦੇ ਵਿੱਚ ਆ, ਵੀਡ ਕੰਟਰੋਲ ਨਰਸਰੀ ਦੇ ਵਿੱਚ ਆ, ਠੀਕ ਹੈ। ਜਿਹੜੀ ਆਪਾਂ ਟ੍ਰਾਂਸਪਲਾਂਟਡ ਰਾਈਸ ਦੇ ਵਿੱਚ ਜਦੋਂ ਆਪਾਂ ਉਹਨੂੰ ਨਰਸਰੀ ਨੂੰ ਟ੍ਰਾਂਸਪਲਾਂਟ ਕਰ ਦਾਂਗੇ ਆਪਣੇ ਖੇਤ ਦੇ ਵਿੱਚ, ਹਨਾ, ਉਹਦਾ ਵੀਡ ਕੰਟਰੋਲ ਹੋਰ ਤਰ੍ਹਾਂ ਦਾ। ਇਹ ਨਰਸਰੀ ਦੇ ਕੇਸ 'ਚ 3 ਦਵਾਈਆਂ ਰਿਕਮੈਂਡਡ। ਫਿਰ ਦੂਜੀ ਤਰ੍ਹਾਂ ਦੀ ਨਰਸਰੀ ਆ, ਇਹ ਤਾਂ ਆਪਾਂ ਜਿਹੜੀ ਹੁਣ ਤੱਕ ਗੱਲ ਕੀਤੀ ਆ, ਇਹ ਆਪਾਂ ਵੇਖਿਆ ਤੁਸੀਂ ਕਿ ਇਹ ਜਿਹੜੀ ਨਰਸਰੀ ਆ ਇਹ ਕਨਵੈਨਸ਼ਨਲ ਟ੍ਰਾਂਸਪਲਾਂਟਿੰਗ ਹੈ, ਦੇਸੀ ਤਰੀਕਾ ਜਿਹੜਾ ਆਪਾਂ ਪਹਿਲਾਂ ਤੋਂ ਵਰਤਦੇ ਆ ਰਹੇ ਹਾਂ, ਠੀਕ ਹੈ। ਫਿਰ ਇਹਨਾਂ ਨੇ ਇੱਕ ਹੋਰ ਨਰਸਰੀ ਰਿਕਮੈਂਡ ਕੀਤੀ ਹੈ, ਮੈਟ ਟਾਈਪ ਨਰਸਰੀ। ਇਹਦੇ ਵਿੱਚ ਆਪਾਂ ਦੇਖਦੇ ਹਾਂ, ਉਹ ਕਹਿੰਦੇ ਵੀ ਜੇ ਤੁਸੀਂ ਮੈਟ ਟਾਈਪ ਨਰਸਰੀ ਲੈਣੀ ਆ ਤਾਂ ਇੱਕ ਤਾਂ ਫੀਲਡ ਆਫ ਦਾ ਲੇਜ਼ਰ ਲੈਵਲਡ ਰੱਖੋ, ਤੇ ਦੂਜਾ ਉਹ 20 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਖੂਹ ਤੋਂ ਤੇ ਟਰੀਜ਼ ਤੋਂ। ਆਹ ਹੈਗੀ ਆਪਣੀ ਪੋਲੀਥੀਨ ਸ਼ੀਟ, ਠੀਕ ਹੈ। ਇਹਦੀ ਥਿਕਨੈਸ ਕਿੰਨੀ ਆ? 50 ਤੋਂ 60 ਗੇਜ, ਤੇ ਇਹਦੀ ਵਿਡਥ ਕਿੰਨੀ ਹੈ? 90 ਸੈਂਟੀਮੀਟਰ, ਠੀਕ ਹੈ। ਇਹ ਪੋਲੀਥੀਨ ਜਿਹੜੀ ਸ਼ੀਟ ਆ ਇਹ ਵੈਸੇ ਇੰਨੀ ਮੋਟੀ ਨਹੀਂ ਹੋਊਗੀ, ਐਕਚੁਅਲ 'ਚ ਤਾਂ ਆਪਾਂ ਨੂੰ ਪਤਾ ਵੀ ਨਹੀਂ ਲੱਗੂਗਾ ਕਿਉਂਕਿ ਪਤਲੀ ਹੋਊਗੀ। ਇਹ ਤਾਂ ਮੈਂ ਵੈਸੇ ਯਾਦ ਰੱਖਣ ਲਈ ਕਿਹਾ ਕਿ ਵੀ ਇਹਦੀ ਜਿਹੜੀ ਥਿਕਨੈਸ ਆ ਇੰਨੀ ਬਣਾਈ ਆ ਕਿ 50 ਤੋਂ 60 ਗੇਜ ਦੀ ਥਿਕਨੈਸ ਹੋਊਗੀ, ਤੇ ਵਿਡਥ ਹੈ ਜਿਹੜੀ ਇਹਦੀ 90 ਸੈਂਟੀਮੀਟਰ ਚੌੜਾਈ ਹੋਊਗੀ। ਇਹਦੇ ਵਿੱਚ ਆਪਾਂ ਮੋਰੀਆਂ ਰੱਖਾਂਗੇ,
इस पॉलीथीन शीट के उत्ते आपां की रखांगे मोरियां। उन्हां दा डायामीटर कितना होगा 1 तो 2 मिलीमीटर, 1 तो 2 मिलीमीटर दियां परफोरेशनस आपां रखांगे। मोरियां नूं परफोरेशनस कहता, ठीक है। फिर इस पॉलीथीन शीट का आपां की करांगे, आपां इस पॉलीथीन शीट के 150 मैट आ जिहड़े वो 15 मीटर की स्पेस के उत्ते आपां विछा देंगे। ये तो हो गया पहला स्टैप भी आपां इहनूं पॉलीथीन शीट नूं इत्थे विछा देना। इत्थे ना आपां आयरन फ्रेम्स फिट करने आ, उन्हां दी इन्ने डायमैंशनस हो सकदियां। देखो जिहड़ी तां उहदी हाइट है आयरन फ्रेम की थिकनैस है ना, वो तो 2 सेंटीमीटर ही होगी, ठीक है। तो जे लेंथ की गल करिए, लेंथ की फॉर एग्जाम्पल आ एक फ्रेम आ है ना, जे इहदी लेंथ की गल करिए ये जां तां 45 हो सकती है तो जां 58 हो सकती है। इदां ही जे आपां इहदी विड्थ की गल करिए जां 21 हो सकती है जां 28 हो सकती है, ठीक है। किवें हुण आपां ध्यान देवांगे, जे तां ये डिपेंड करूगा भी आपां ट्रांसप्लांटर किहड़ा वरतना, ठीक है। जे तां आपां बाद च इंजन ऑपरेटेड ट्रांसप्लांटर वरतना फिर तां आपां ਜਿਹੜੇ आयरन फ्रेम्स आ उन्हां दी डायमैंशनस इन्नी रखांगे 45 × 21 × 2 सेंटीमीटर, ठीक है। तो जे आपां सैल्फ प्रोपैल्ड ट्रांसप्लांटर वरतना मतलब आपदे हत्थ नाल जिहड़ा आपां ट्रांसप्लांटर चलावांगे ਉਹਦੇ ਲਈ ਆਪਾਂ 58 × 28 × 2 सेंटीमीटर आयरन फ्रेम की डायमैंशन रखांगे, ठीक है। फिर जो आप आयरन फ्रेम पहला आप इस जगह पर मैट्स विछाए पॉलीथीन दे, ठीक है। फिर आप उत्ते रखते आयरन फ्रेम्स, ठीक है। वो आयरन फ्रेम्स दे विच फिर आप मिट्टी भर देंगे। कल्ले फ्रेम्स तो आप की करना आप उन्होंने मिट्टी भर देनी है, जोड़ा कि आ गया थर्ड पॉइंट फिल सॉइल। मिट्टी भरन तो बाद हुण अपना सारा कुछ तो तैयार हो गया। हुण आपां इहदे विच अल्टीमेटली की करांगे बीज देंगे, ठीक है। वो बी आपां किन्ने बीजने आ, जे आपां एक मैट की गल करिए फॉर एग्जाम्पल 150 मैट्स आ, ठीक है। आ एक मैट आ, एक मैट दे विच आपां 50 तो 60 ग्राम सीड बीजना इन्नी जगह च, ठीक है। तो जे आपां एक किले लई पूरा 150 मैट्स की गल करिए तो उहदे विच 10 तो 12 किलो सीड वरत्या जाऊगा। सो इत्थे मैट टाइप नर्सरी दे विच अपना सीड ज़्यादा लग रहा है, तो वह लगूगा भी किवें भी 2 ਜਾਂ 3 सीड्स लगणगे 1 सेंटीमीटर के हिसाब नाल, सेंटीमीटर स्क्वेयर के हिसाब नाल। मतलब फॉर एग्जाम्पल आ जिहड़ा एरिया निक्का जिहा ये 1 सेंटीमीटर स्क्वेयर बनदा ते इहदे विच 1 सेंटीमीटर स्क्वेयर दे विच 3 सीड्स लगणगे। फिर जे आपां कहिए भी बंदे किन्ने चाहिए आपां नूं इस काम लई तां आपां नूं 2 बंदे चाहिए 3 तो 4 किले दी नर्सरी बीजण लई, ठीक है। अगे गल करदे आपां फर्टिलाइजर की। जदों आपां नर्सरी सो करती, ठीक है, आपां वेख्या भी आपां मिट्टी दे विच तां कोई फर्टिलाइजर मिलाया नहीं, जिवें आपां कन्वेंशनल सोइंग दे विच यूरिया SSP ते जिंक सल्फेट मिलाया सी है ना मिट्टी च। इत्थे आपां इदां नहीं कीता, कोई बेसल डोज आपां नहीं वरती। इहदे विच आपां सिंपली बीज लाउण तो बाद 10 दिन रुकना। 10 दिन तो बाद आपां की करना 200 ग्राम यूरिया की 15 लीटर वाटर दे विच फॉर्मुलेशन बना के 1 किले का जिहड़ा अपना बी आ 150 मैट उन्हां उत्ते आपां इहनूं छिड़क देना, स्प्रे कर देनी आ। तो इस तरह 25 तो 30 दिनों के अपनी सीडलिंग्स आ जिहड़े वो रेडी हो जाएंगे। अगे ऑपरेशनस बिफोर ट्रांसप्लांटिंग। हुण आपां आ गए नर्सरियां तो आपां पढ़ लियां, ठीक है। 2 तरह की आपां नर्सरी पढ़ ली, एक तो कन्वेंशनल जिहदे विच आपां की कीता सीधा फील्ड दे विच ही आपदे बीज ते। दूजी पढ़ ली आपां मैट टाइप जिहदे विच आपां सीधी मिट्टी ते नहीं बीजे, पहलां आपां मिट्टी दे उत्ते की विछाया पॉलीथीन शीट्स विछाइयां, उन्हां दे उत्ते आपां सांचे रखे, आयरन फ्रेम्स रखे, फिर उहदे विच दोबारा मिट्टी पाई ते फिर उहदे विच आपां बी बीजे। हुण जे आपां गल करिए ट्रांसप्लांटिंग की, हुण आपां कित्थे जा रहे हैं, अपने फाइनल फील्ड दे विच जा रहे हैं जिथे अपना राइस की जिहड़ी फसल आ उन्हें पूरा मैच्योर होके ते आपां नूं बी देना, झाड़ देना आपां, ठीक है। हुण उत्थे जाके आपां ट्रांसप्लांटिंग करन तो पहलां वो फील्ड भी तो रेडी करांगे, ठीक है। जिवें आपां पहलां वेख्या भी नर्सरी लई तां 12 तो 15 टन 12 तो 15 टन फार्मयार्ड मैन्योर आपां नूं रिकमेंड कीती सी नर्सरी लई 1 किले दे हिसाब नाल, ठीक है। बट ਜਿਹੜੇ अपना फाइनल फील्ड है इत्थे सिर्फ आप 6 टन फार्मयार्ड मैन्योर वरतनी है, जां ਉਹਦੀ ਥਾਂ ਤੇ ਆਪਾਂ ਵਰਤ ਸਕਦੇ ਹਾਂ ਪ੍ਰੈਸ ਮੱਡ, ਉਹਦੀ ਮਾਤਰਾ ਵੀ ਕਿੰਨੀ ਆ 6 ਟਨ, ठीक है। फिर 2.5 टन ਤੇ ਜਾਂ 2.5 टन पोल्ट्री मैन्योर ਜਾਂ ਡਰਾਈਡ ਗੋਬਰ ਗੈਸ ਸਲਰੀ ਆਪਾਂ ਵਰਤ ਸਕਦੇ। ਇਹ ਮੈਂ ਇਸ ਤਰੀਕੇ ਯਾਦ ਕਰਾਇਆ ਕਿ ਜਿੱਦਾਂ पोल्ट्री मैन्योर ਵੀ ਜਿਹੜਾ ਹੈਗਾ ਉਹ ਕੁੱਕੜਾਂ ਦੀ ਪੋਟੀ ਹੋਊਗੀ ਹੈ ਨਾ, ਤੇ ਗੋਬਰ ਗੈਸ ਸਲਰੀ ਵੀ ਗੋਬਰ ਆਲਸੋ इज पॉटी ऑफ बफलोज एंड काउज एटसैट्रा है ना। सो ਜਿਹੜੇ ਪੋਟੀ ਵਾਲੇ 2.5 ਹੋਣਗੇ, ठीक है। बाकी प्रैस मड होया ਜਿਹੜੇ गन्ने चों निकलदा, ठीक है। तो फार्मयार्ड मैन्योर होया, फार्मयार्ड मैन्योर डायरैक्ट पॉटी नहीं ना होगी, ये रूड़ी होगी, ठीक है। ये तो सीधा ही गोबर आ गया। सो पोल्ट्री मैन्योर तो ड्राइड गोबर गैस स्लरी ये 2.5 ऑलमोस्ट
2.4 ਆ, ਆਲਮੋਸਟ 2.5 ਦੇ ਕਰੀਬ ਆ ਡਰਾਈਡ ਗੋਬਰ ਗੈਸ ਸਲਰੀ ਆਪਾਂ ਵਰਤਾਂਗੇ। ਠੀਕ ਹੈ, ਤੇ ਜੇ ਗੱਲ ਕਰੀਏ ਪਰਾਲੀ ਚਾਰ ਜੇ ਆਪਾਂ ਵਰਤਣਾ ਹੋਵੇ ਤਾਂ ਉਹ 2 ਟਨ ਵਰਤਿਆ ਜਾਊਗਾ, ਓਨਲੀ 2 ਟਨਸ ਆਫ ਪਰਾਲੀ ਚਾਰ। ਠੀਕ ਹੈ, ਇਹ ਤਾਂ ਹੋਗੀ ਆਰਗੈਨਿਕ ਮੈਨਿਓਰਸ ਦੀ ਗੱਲ। ਅੱਗੇ ਚੱਲੀਏ ਆਪਾਂ ਗ੍ਰੀਨ ਮੈਨਿਓਰਿੰਗ ਵੱਲ। ਕਹਿੰਦੇ ਵੀ ਆਰਗੈਨਿਕ ਮੈਨਿਓਰ ਜੇ ਆਪਾਂ ਨੂੰ ਮਹਿੰਗੇ ਪੈਂਦੇ ਆ ਜਾਂ ਆਪਾਂ ਨੂੰ ਅਵੇਲੇਬਲ ਨਹੀਂ ਹੈਗੇ ਤਾਂ ਆਪਾਂ ਗ੍ਰੀਨ ਮੈਨਿਓਰਿੰਗ ਵੀ ਕਰ ਸਕਦੇ ਹਾਂ, ਜਾਂ ਇਹਨਾਂ ਦੋਨਾਂ ਨੂੰ ਆਪਾਂ ਕੰਬੀਨੇਸ਼ਨ 'ਚ ਵੀ ਕਰ ਸਕਦੇ ਹਾਂ। ਗ੍ਰੀਨ ਮੈਨਿਓਰਿੰਗ ਲਈ ਕਿਹੜੇ ਆਪਾਂ ਪੌਦੇ ਵਰਤ ਸਕਦੇ ਹਾਂ? ਕ੍ਰੌਪਸ ਧੈਂਚਾ ਵਰਤ ਸਕਦੇ ਹਾਂ, ਕਾਊਪੀ ਜਾਂ ਸਨਹੈਂਪ ਵਰਤ ਸਕਦੇ ਹਾਂ। ਤਾਂ ਜਦੋਂ ਆਪਾਂ ਆਪਣੀ ਕਣਕ ਨੂੰ ਹਾਰਵੈਸਟ ਕਰ ਲਿਆ, ਕਣਕ ਦਾ ਝਾੜ ਲੈ ਲਿਆ, ਫਿਰ ਆਪਾਂ ਉਹਨੂੰ ਰੌਣੀ ਲਾ ਦੇਣੀ ਹੈ ਆਪਣੇ ਫੀਲਡ ਨੂੰ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ 20 ਕਿਲੋ ਢੈਂਚਾ, ਜਿਹਨੂੰ ਜੰਤਰ ਕਹਿੰਦੇ ਆਪਾਂ ਪੰਜਾਬੀ 'ਚ, 20 ਕਿਲੋ ਜੰਤਰ ਢੈਂਚਾ ਹੋ ਗਿਆ ਅੰਗਰੇਜ਼ੀ 'ਚ, ਪ੍ਰੀ ਸੋਕਡ 8 ਘੰਟੇ ਲਈ। ਪ੍ਰੀ ਸੋਕਡ ਇਨ ਵਾਟਰ ਮਤਲਬ 8 ਘੰਟੇ ਲਈ ਪਹਿਲਾਂ ਉਹਦੇ ਬੀ ਨੂੰ, ਜਿਹੜਾ 20 ਕਿਲੋ ਬੀ ਆ ਆਪਣਾ ਜੰਤਰ ਦਾ, ਉਹਨੂੰ ਆਪਾਂ 8 ਘੰਟੇ ਲਈ ਪਹਿਲਾਂ ਭਿਉਂ ਕੇ ਰੱਖਿਆ ਵਾਟਰ ਦੇ ਵਿੱਚ। ਠੀਕ ਹੈ, ਉਹ ਜਿਹੜਾ ਸੋਕਡ ਸੀਡ ਆ ਉਹਨੂੰ ਫਿਰ ਆਪਾਂ ਬੀਜ ਦੇਣਾ। ਠੀਕ ਹੈ, ਇਹ ਧਿਆਨ ਰੱਖਣਾ ਕਿ ਸਿਰਫ ਜੰਤਰ ਦਾ ਬੀ ਇੱਥੇ ਲਿਖਿਆ ਵੀ ਤੁਸੀਂ ਭਿਉਂ ਕੇ ਤੇ ਫਿਰ ਲਾਉਣਾ, ਬਾਕੀਆਂ ਜਿਹੜਾ ਕਾਊਪੀ ਆ ਜਾਂ ਸਨਹੈਂਪ ਆ ਇਹਨਾਂ ਨੇ ਭਿਉਣ ਲਈ ਨਹੀਂ ਆਖਿਆ। ਕਾਊਪੀ ਦਾ ਸੀਡ ਰੇਟ ਵੀ 12 ਕਿਲੋ ਹੀ ਹੋਊਗਾ ਨਾਰਮਲ ਕੇਸ ਦੇ ਵਿੱਚ, ਤੇ ਜੇ ਬੋਲਡ ਸੀਡਡ ਆ ਤਾਂ ਮਤਲਬ ਉਹਦਾ ਭਾਰ ਵੱਧ ਜਾਊਗਾ ਤਾਂ 20 ਕਿਲੋ ਹੋ ਜਾਊਗਾ। ਠੀਕ ਹੈ, ਵੈਸੇ ਨਾਰਮਲੀ 12 ਕਿਲੋ ਸੀਡ ਇਹਦਾ ਵਰਤਿਆ ਜਾਊਗਾ। ਸਨਹੈਂਪ ਦਾ ਵੀ 20 ਕਿਲੋ ਆ, ਜਿਵੇਂ ਮੈਂ ਇੱਥੇ ਲਿਖਿਆ 20 12 20। ਆਪਣਾ ਜੰਤਰ ਹੋਇਆ ਤੇ ਸਨਹੈਂਪ ਹੋਇਆ, ਸਨਹੈਂਪ ਮਤਲਬ ਸਣ, ਇਹ ਦੋਨੋਂ ਤਾਂ 20 ਵਰਤੇ ਜਾਣਗੇ। ਤੇ ਜਿਹੜੀ ਹੈਗੀ ਆ ਕਾਊਪੀ ਮਤਲਬ ਕਿ ਗੁਆਰੇ ਦੀਆਂ ਫਲੀਆਂ ਹਨਾ, ਜਿਹੜਾ ਗੁਆਰਾ ਉਹ 12 ਕਿਲੋ ਵਰਤਿਆ ਜਾਊਗਾ ਨਾਰਮਲ ਕੰਡੀਸ਼ਨਸ ਦੇ ਵਿੱਚ। ਤੇ ਜੇ ਕੋਈ ਬੋਲਡ ਸੀਡਡ ਵੈਰਾਈਟੀ ਆਪਾਂ ਵਰਤ ਰਹੇ ਹਾਂ ਤੇ ਫਿਰ ਉਸ ਕੇਸ 'ਚ ਸਿਰਫ ਆਪਾਂ ਇਹਨੂੰ 20 ਕਿਲੋ ਵਰਤਾਂਗੇ। ਹੁਣ ਗ੍ਰੀਨ ਮੈਨਿਓਰਿੰਗ ਆਪਾਂ ਕਰਨੀ ਆ। ਠੀਕ ਹੈ, ਗ੍ਰੀਨ ਮੈਨਿਓਰਿੰਗ 'ਚ ਆਪਾਂ ਵੇਖਿਆ ਵੀ ਜ਼ਿਆਦਾਤਰ ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਆ, ਨਾਈਟ੍ਰੋਜਨ ਦਾ ਵਾਧਾ ਹੁੰਦਾ ਮੇਨਲੀ ਹਨਾ, ਬਟ ਫਾਸਫੋਰਸ ਦਾ ਤਾਂ ਨਹੀਂ ਹੁੰਦਾ ਜ਼ਿਆਦਾ ਹਨਾ। ਤੇ ਇਹਦੇ ਵਿੱਚ ਇਹਨਾਂ ਨੇ ਕਹਿਤਾ ਵੀ 75 ਕਿਲੋ SSP ਜੇ ਤੁਹਾਡੀ ਮਿੱਟੀ ਦੇ ਵਿੱਚ ਫਾਸਫੋਰਸ ਦੀ ਘਾਟ ਆ, ਫਾਸਫੋਰਸ ਦੀ, ਤਾਂ 75 ਕਿਲੋ SSP ਲਾ ਦਿਓ, ਇੱਥੇ ਹੀ ਲਾ ਦਿਓ, ਇਸ ਗ੍ਰੀਨ ਮੈਨਿਓਰ ਨੂੰ ਹੀ ਲਾ ਦਿਓ। ਠੀਕ ਹੈ, ਤੇ ਉਸ ਤੋਂ ਬਾਅਦ ਰਾਈਸ ਨੂੰ ਨਾ ਲਾਓ। ਇੱਕ ਮੈਂ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਫਾਸਫੋਰਸ ਹੈ ਨਾ, ਇਹਨੂੰ ਆਪਾਂ ਸਦਾ ਹੀ ਰਬੀ ਕ੍ਰੌਪਸ ਨੂੰ ਪ੍ਰੈਫਰ ਕਰਦੇ ਹਾਂ, ਜਿਵੇਂ ਕਣਕ ਹੋਈ ਹਨਾ, ਰਬੀ ਕ੍ਰੌਪਸ ਨੂੰ ਪ੍ਰੈਫਰ ਕਰਦੇ ਹਾਂ। ਖਰੀਫ ਦੇ ਵਿੱਚ ਇਹਨੂੰ ਆਪਾਂ ਪ੍ਰੈਫਰ ਨਹੀਂ ਕਰਦੇ। ਠੀਕ ਹੈ, ਆਪਾਂ ਸਦਾ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਫਾਸਫੋਰਸ ਦੀ ਡੈਫੀਸ਼ੀਐਂਸੀ ਆ ਉਹ ਰਬੀ ਸੀਜ਼ਨ ਦੇ ਵਿੱਚ ਪੂਰੀ ਹੋ ਜੇ। ਤੇ ਜੇ ਫਿਰ ਵੀ ਕਹਿੰਦੇ ਕਮੀ ਰਹਿ ਗਈ ਆ, ਫਿਰ ਵੀ ਆਪਾਂ ਅਵੋਇਡ ਕਰਦੇ ਹਾਂ ਕਿ ਆਪਾਂ ਇਹਨੂੰ ਖਰੀਫ ਸੀਜ਼ਨ 'ਚ ਪੈਡੀ ਦੇ ਵਿੱਚ ਲਾਈਏ, ਖੜੇ ਪਾਣੀ 'ਚ ਲਾਈਏ, ਕਿਉਂਕਿ ਇਹਦੇ ਵਿੱਚ ਇਹ ਕੀ ਕਰਦਾ ਵੀ ਇਹ ਫਾਸਫੋਰਸ ਇੱਥੇ ਨਾ ਜ਼ਿੰਕ ਡੈਫੀਸ਼ੀਐਂਸੀ ਕਾਜ਼ ਕਰਦਾ, ਜ਼ਿੰਕ ਡੈਫੀਸ਼ੀਐਂਸੀ ਜ਼ਿਆਦਾ ਕਾਜ਼ ਕਰਦਾ ਇੱਥੇ। ਇਹ ਜ਼ਿੰਕ ਨੂੰ ਫੜ ਲੈਂਦਾ ਜਿਹੜਾ ਫਾਸਫੋਰਸ ਆ। ਆਪਾਂ ਪੜਿਆ ਇੱਕ ਤੱਤ ਦੀ ਵਾਧ ਘਾਟ ਹੈ ਜਿਹੜੀ ਦੂਜੀ ਨੂੰ ਵੀ ਇਨਫਲੂਐਂਸ ਕਰਦੀ ਆ, ਤਾਂ ਇਸ ਕੇਸ ਦੇ ਵਿੱਚ ਫਾਸਫੋਰਸ ਹੈ ਜਿਹੜਾ ਉਹ ਜ਼ਿੰਕ ਦੀ ਡੈਫੀਸ਼ੀਐਂਸੀ ਕਾਜ਼ ਕਰਦਾ, ਖਾਸ ਕਰਕੇ ਖਰੀਫ ਸੀਜ਼ਨ ਕ੍ਰੌਪਸ ਦੇ ਵਿੱਚ। ਠੀਕ ਹੈ, ਤਾਂ ਆਪਾਂ ਪ੍ਰੈਫਰ ਕਰਦੇ ਵੀ ਪਹਿਲਾਂ ਲੱਗ ਜੇ। ਤੇ ਜੇ ਆਪਾਂ ਕਣਕ ਨੂੰ ਲਾਇਆ ਤਾਂ ਵੀ ਆਪਾਂ ਰਾਈਸ ਵਿੱਚ ਫਾਸਫੋਰਸ ਕਦੇ ਨਹੀਂ ਲਾਵਾਂਗੇ। ਠੀਕ ਹੈ, ਤੇ ਜੇ ਫਿਰ ਉਹਦੇ ਬਾਵਜੂਦ ਵੀ ਆਪਾਂ ਨੂੰ ਡੈਫੀਸ਼ੀਐਂਸੀ ਵੇਖਣ ਨੂੰ ਮਿਲਦੀ ਆ ਤਾਂ ਆਪਾਂ ਗ੍ਰੀਨ ਮੈਨਿਓਰ ਨੂੰ ਹੀ 75 ਕਿਲੋ SSP ਲਾ ਦੇਵਾਂਗੇ। ਠੀਕ ਹੈ, ਹੁਣ ਆਪਾਂ ਫਸਲ ਬੀਜ ਤਾਂ ਦਿੱਤੀ ਸੀ, ਕਦੋਂ ਬੀਜਣੀ ਸੀ ਸਮਾਂ ਨਹੀਂ ਆਪਾਂ ਵੇਖਿਆ। ਆਪਾਂ ਵੇਖਿਆ ਸੀ ਵੀ ਆਪਾਂ 20 ਮਈ ਤੋਂ ਲੈ ਕੇ ਤੇ 20 ਜੂਨ ਤੱਕ ਤਾਂ ਆਪਣਾ ਨਰਸਰੀ ਦਾ ਸਮਾਂ ਹਨਾ, ਤੇ 20 ਜੂਨ ਤੋਂ ਲੈ ਕੇ ਤੇ 10 ਜੁਲਾਈ ਤੱਕ ਆਪਣਾ ਸਮਾਂ ਹੈਗਾ ਟ੍ਰਾਂਸਪਲਾਂਟਿੰਗ ਦਾ। ਠੀਕ ਹੈ, ਤੇ ਜਿਹੜੀ ਇਹਦਾ ਸਮਾਂ ਕੀ ਆ? ਫਸਟ ਵੀਕ ਆਫ ਮਈ ਆਪਾਂ ਇਹਨੂੰ ਟਾਈਮ ਨਾਲ ਹੀ ਗ੍ਰੀਨ ਮੈਨਿਓਰ ਨੂੰ ਬੀਜ ਦਾਂਗੇ, ਤਾਂ ਕਿ ਆਪਣਾ ਜਦੋਂ ਤੱਕ ਆਪਾਂ ਟ੍ਰਾਂਸਪਲਾਂਟਿੰਗ ਕਰਨੀ ਆ ਉਦੋਂ ਤੱਕ ਇਹ 6 ਤੋਂ 8 ਹਫ਼ਤਿਆਂ ਦੀ ਹੋ ਕੇ ਤੇ ਇਹਦੇ ਰੂਟਸ ਮੈਚੁਰ ਹੋਣਗੇ ਤੇ ਇਹ ਨਾਈਟ੍ਰੋਜਨ ਫਿਕਸੇਸ਼ਨ ਉਦੋਂ ਤੱਕ ਕਰ ਦੂਗੀ ਹਨਾ। ਤੇ ਫਿਰ ਆਪਾਂ ਕੀ ਕਰਨਾ, ਇਹਨੂੰ 6 ਤੋਂ 8 ਹਫ਼ਤਿਆਂ ਦੀ ਜਿਹੜੀ ਫਸਲ ਹੋਊਗੀ ਢੈਂਚਾ, ਕਾਊਪੀ ਜਾਂ ਸਨਹੈਂਪ ਦੀ, ਸਿਰਫ 1 ਦਿਨ ਪਹਿਲਾਂ ਟ੍ਰਾਂਸਪਲਾਂਟਿੰਗ ਦੇ ਆਪਾਂ ਉਹਨੂੰ ਵਾਹ ਦੇਣਾ। ਕਿਸੇ ਫਸਲ ਦੇ ਵਿੱਚ 7 ਦਿਨ ਲਿਖਿਆ ਹਨਾ, ਜਿਵੇਂ ਕਿ ਮੇਜ਼, ਇਫ ਆਈ ਐਮ ਨਾਟ ਰੋਂਗ, ਮੇਜ਼ ਦੇ ਵਿੱਚ 1 ਹਫ਼ਤਾ ਪਹਿਲਾਂ ਲਿਖਿਆ ਇਹਨੂੰ ਵਾਹੁਣਾ ਗ੍ਰੀਨ ਮੈਨਿਓਰ ਨੂੰ, ਬਟ ਪੈਡੀ ਦੇ ਵਿੱਚ ਸਿਰਫ 1 ਦਿਨ ਪਹਿਲਾਂ ਹੀ ਵਾਹ ਕੇ ਅਗਲੇ ਹੀ ਦਿਨ ਆਪਾਂ ਪਨੀਰੀ ਬੀਜ ਦੇਣੀ ਆ। ਫਿਰ ਜੇ ਆਪਾਂ ਜੰਤਰ ਦੀ ਗੱਲ ਕਰੀਏ, ਜੰਤਰ ਦੇ ਐਕਸਟਰਾ ਫਾਇਦੇ ਕੀ ਆ? ਪਹਿਲੇ ਤਾਂ ਆਪਾਂ ਪੜ੍ਹ ਹੀ ਲਿਆ ਵੀ ਇਹਦਾ ਬੀ ਆਪਾਂ ਕਿੱਦਾਂ ਲਾਉਣਾ, 8 ਘੰਟੇ ਭਿਉਂ ਕੇ ਲਾਉਣਾ। ਠੀਕ ਹੈ, ਫਿਰ ਇਹਦੇ ਖਾਸ ਫਾਇਦਾ ਇੱਕ ਕੀ ਆ ਵੀ ਕਲਰ ਵਾਲੀ ਜਿਹੜੀ ਮਿੱਟੀ ਆ ਆਪਣੀ, ਜਾਂ ਜਿਹੜੀ ਤਾਜ਼ੀ ਕਲਰ ਰਿਕਲੇਮੇਸ਼ਨ ਆਪਾਂ ਕੀਤੀ ਆ ਜਿਹੜੀ ਮਿੱਟੀ ਦੀ, ਉਹਦੇ ਵਿੱਚ ਆਪਾਂ ਇਹਨੂੰ ਪ੍ਰੈਫਰ ਕਰਦੇ ਆ ਜੰਤਰ ਨੂੰ, ਉਹਦੇ ਵਿੱਚ ਇਹ ਫਾਇਦਾ ਦਿੰਦਾ ਆਪਾਂ ਨੂੰ ਜ਼ਿਆਦਾ। ਠੀਕ ਹੈ, ਤੇ ਦੂਜੇ ਨੰਬਰ ਤੇ ਕੀ ਆ, ਇਹ ਆਇਰਨ ਦੀ ਡੈਫੀਸ਼ੀਐਂਸੀ ਆ ਨਾ ਜਿਹੜੀ ਰਾਈਸ ਦੇ ਵਿੱਚ,
ਉਹਨੂੰ ਵੀ ਇਹ ਕਾਫੀ ਹੱਦ ਤੱਕ ਕੰਟਰੋਲ ਕਰਦਾ, ਉਹਨੂੰ ਕਾਫੀ ਹੱਦ ਤੱਕ ਖਤਮ ਕਰ ਦਿੰਦਾ। ਤਾਂ ਜੰਤਰ ਦੇ ਇਹ ਦੋ ਵੱਖਰੇ ਫਾਇਦੇ ਆ। ਫਿਰ ਆਪਾਂ ਗੱਲ ਕਰੀਏ ਵੀ ਆਪਾਂ ਗ੍ਰੀਨ ਮੈਨਿਓਰਿੰਗ ਤਾਂ ਪੜ੍ਹੀ ਜਾਂਦੇ, ਇਹਦਾ ਫਾਇਦਾ ਕੀ? ਇਹਦਾ ਫਾਇਦਾ ਇਹ ਆ ਵੀ ਤਕਰੀਬਨ 25 ਕਿਲੋ ਨਾਈਟ੍ਰੋਜਨ, ਮਤਲਬ ਕਿ 55 ਕਿਲੋ ਯੂਰੀਆ ਆਪਣਾ ਗ੍ਰੀਨ ਮੈਨਿਓਰਿੰਗ ਦੇ ਨਾਲ ਬਚ ਜਾਂਦਾ। ਇਦਾਂ ਹੀ ਕੀ ਹੈ ਵੀ ਕਹਿੰਦੇ ਵੀ ਜੇ ਤੁਸੀਂ ਮੂੰਗੀ ਦੀ ਫਸਲ ਲਈ ਆ ਪੈਡੀ ਤੋਂ ਪਹਿਲਾਂ, ਝੋਨਾ ਲਾਉਣ ਤੋਂ ਪਹਿਲਾਂ ਜੇ ਤੁਸੀਂ ਮੂੰਗੀ ਦੀ ਫਸਲ ਲਈ ਆ, ਉਹਦੀਆਂ ਫਲੀਆਂ ਤਾਂ ਤੁਸੀਂ ਲਾ ਲੀਆਂ, ਪਰ ਜਿਹੜਾ ਉਹਦਾ ਰੈਜ਼ੀਡਿਊ ਰਹਿ ਗਿਆ ਪੱਤੇ ਪੁੱਤੇ ਹਨਾ, ਉਹਨੂੰ ਜ਼ਮੀਨ ਦੇ ਵਿੱਚ ਹੀ ਵਾਹ ਦਿਓ, ਉਹ ਵੀ ਇੱਕ ਗ੍ਰੀਨ ਮੈਨਿਓਰ ਦਾ ਕੰਮ ਕਰੂਗੀ। ਜਦੋਂ ਉਹਨੂੰ ਜ਼ਮੀਨ ਦੇ ਵਿੱਚ ਵਾਹਤਾ ਫਿਰ ਉਹਦਾ ਫਾਇਦਾ ਕੀ ਹੋਊਗਾ ਵੀ ਉਹ 1/3 ਨਾਈਟ੍ਰੋਜਨ, ਤੀਜਾ ਹਿੱਸਾ ਨਾਈਟ੍ਰੋਜਨ ਦਾ ਬਚਾਊਗੀ। ਹੁਣ ਆਪਾਂ ਗੱਲ ਕਰਦੇ ਹਾਂ ਸਟ੍ਰॉ ਇਨਕੋਰਪੋਰੇਸ਼ਨ ਜਾਂ ਰਿਟੈਂਸ਼ਨ ਦੀ। ਆਪਾਂ ਜਿਵੇਂ ਆਰਗੈਨਿਕ ਮੈਨਿਓਰਸ ਵੀ ਪੜ੍ਹ ਲਏ, ਠੀਕ ਹੈ, ਗ੍ਰੀਨ ਮੈਨਿਓਰਿੰਗ ਵੀ ਪੜ੍ਹ ਲਈ, ਤੇ ਜਿਹੜਾ ਆਪਣਾ ਪਰਾਲੀ ਦਾ ਇੰਨਾ ਰੌਲਾ ਪੈਂਦਾ, ਹੁਣ ਪਰਾਲੀ ਬਾਰੇ ਪੜ੍ਹ ਲਈਏ ਵੀ ਕਹਿੰਦੇ ਜਿਹੜਾ ਰਾਈਸ ਸਟ੍ਰॉ ਆ, ਪਰਾਲੀ ਆ, ਉਹ ਕਹਿੰਦੇ ਵੀ ਮਿੱਟੀ ਦੀ ਹੈਲਥ ਨੂੰ ਵਧੀਆ ਕਰਦੀ ਆ ਤੇ ਨਾਲ ਦੀ ਨਾਲ ਝੋਨੇ ਦੇ ਝਾੜ ਨੂੰ ਵੀ ਵਧਾਉਂਦੀ ਆ। ਤਾਂ ਕੀ ਕਰੋ, ਕਹਿੰਦੇ ਉਹਨੂੰ ਇਨਕੋਰਪੋਰੇਟ ਕਰਦੇ ਰਹੋ। ਹਰ ਸੀਜ਼ਨ ਤੋਂ ਬਾਅਦ ਜਿਹੜੀ ਪਰਾਲੀ ਆ ਉਹਨੂੰ ਸਾੜਨ ਦੀ ਬਜਾਏ ਜਾਂ ਉੱਥੋਂ ਕੱਢਣ ਦੀ ਬਜਾਏ ਤੁਸੀਂ ਵਿੱਚ ਹੀ ਵਾਹ ਦਿਓ। ਉਹਦੇ ਨਾਲ ਕੀ ਹੋਊਗਾ, ਆਰਗੈਨਿਕ ਕਾਰਬਨ ਦੀ ਮਾਤਰਾ ਵਧੂਗੀ। ਆਰਗੈਨਿਕ ਕਾਰਬਨ ਦੀ ਜਦੋਂ ਮਾਤਰਾ ਵਧੂਗੀ, ਜਦੋਂ ਤੁਸੀਂ ਸੋਇਲ ਟੈਸਟ ਕਰਾਉਂਗੇ ਤਾਂ ਆਬਵੀਅਸਲੀ ਤੁਹਾਡੇ ਆਰਗੈਨਿਕ ਕਾਰਬਨ ਦੀ ਮਾਤਰਾ ਵਧੀ ਹੋਊਗੀ। ਤਾਂ ਜੇ ਉਹ ਕਹਿੰਦੇ ਵੀ ਹਾਈ, ਜਿਵੇਂ ਆਪਾਂ ਕਹਿੰਦੇ ਨਾ ਵੀ ਲੋ ਹੋ ਸਕਦਾ ਹੈ ਨਾ, ਜਾਂ ਮੀਡੀਅਮ ਹੋ ਸਕਦੀ ਹੁੰਦੀ ਆ ਸੋਇਲ ਟੈਸਟ ਦੇ ਵਿੱਚ, ਕੋਈ ਵੀ ਚੀਜ਼ ਲੋ, ਮੀਡੀਅਮ, ਹਾਈ ਜਾਂ ਵੈਰੀ ਹਾਈ ਦੇ ਤਰੀਕੇ ਉਹ ਡਿਨੋਟ ਕਰਦੇ ਆ ਲੈਬ ਵਾਲੇ, ਹਨਾ। ਉਹ ਕਹਿੰਦੇ ਵੀ ਜੇ ਤੁਹਾਡੀ ਮਿੱਟੀ ਦੀ ਆਰਗੈਨਿਕ ਕਾਰਬਨ ਹਾਈ ਤੱਕ ਵੀ ਪਹੁੰਚ ਗਈ ਤਾਂ ਯੂਰੀਆ ਨੂੰ 20 ਕਿਲੋ ਮਾਤਰਾ ਨਾਲ ਘਟਾ ਦਿਓ। ਯੂਰੀਆ ਦੀ ਮਾਤਰਾ ਘਟਾਉਣੀ ਆ ਆਪਾਂ, ਇਹ ਧਿਆਨ ਦੇਣ ਦੀ ਗੱਲ ਆ, ਨਾਈਟ੍ਰੋਜਨ ਦੀ ਨਹੀਂ। ਜਿਵੇਂ ਆਪਾਂ ਯੂਰੀਆ ਜਿਹੜਾ ਉਹ 90 ਕਿਲੋ ਵਰਤਦੇ ਆ ਨਾ, ਤਾਂ ਕਹਿੰਦੇ ਫਿਰ ਇਸ ਕੇਸ ਦੇ ਵਿੱਚ ਸਿਰਫ 70 ਕਿਲੋ ਹੀ ਵਰਤੋ, ਠੀਕ ਹੈ। ਜੇ ਆਪਣੀ ਆਰਗੈਨਿਕ ਕਾਰਬਨ ਹਾਈ ਆਉਂਦੀ ਹੈ ਤਾਂ ਆਰਗੈਨਿਕ ਕਾਰਬਨ ਹਾਈ ਸੋਇਲ ਟੈਸਟ ਦੇ ਵਿੱਚ ਜੇ ਆਉਂਦੀ ਹੈ। ਤੇ ਦੂਜਾ, ਸਪੋਜ਼ ਕਰੋ ਆਪਾਂ ਸੋਇਲ ਟੈਸਟ ਨਹੀਂ ਕਰਾਉਣਾ, ਆਪਾਂ ਕਹਿੰਦੇ ਵੀ ਆਪਾਂ ਹਰ ਸਾਲ ਵੈਸੇ ਵਾਹੀ ਜਾਂਦੇ ਹਾਂ, ਚਲ ਕੋਈ ਤਾਂ ਫਾਇਦਾ ਹੋਊਗਾ, ਫਿਰ ਆਪਾਂ ਸਿੰਪਲੀ 8 ਸਾਲਾਂ ਬਾਅਦ ਬਿਨਾਂ ਸੋਇਲ ਟੈਸਟ ਕਰਾਏ ਆਰਾਮ ਨਾਲ ਆਪਾਂ 20 ਕਿਲੋ ਯੂਰੀਆ ਦੀ ਮਾਤਰਾ ਆਪਣੀ ਮਿੱਟੀ ਦੇ ਵਿੱਚ ਘਟਾ ਸਕਦੇ ਹਾਂ। ਬਟ 8 ਸਾਲ ਲਗਾਤਾਰ ਆਪਾਂ ਨੂੰ ਰਾਈਸ ਦਾ ਰੈਜ਼ੀਡਿਊ, ਮਤਲਬ ਕਿ ਪਰਾਲੀ, ਮਿੱਟੀ ਦੇ ਵਿੱਚ ਮਿਲਾਉਣੀ ਪਊਗੀ। ਫਿਰ ਆਪਾਂ ਚੱਲਦੇ ਹਾਂ ਟ੍ਰਾਂਸਪਲਾਂਟਿੰਗ 'ਚ। ਤਾਂ ਡੇਟਸ ਆਫ ਟ੍ਰਾਂਸਪਲਾਂਟਿੰਗ ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਵੀ 20 ਜੂਨ ਤੋਂ 10 ਜੁਲਾਈ ਤੱਕ ਆਪਾਂ ਟ੍ਰਾਂਸਪਲਾਂਟਿੰਗ ਕਰਦੇ ਹਾਂ। ਤੇ ਜੇ ਲੇਟ ਸੋਨ ਕੰਡੀਸ਼ਨਸ ਆ ਤਾਂ ਆਪਾਂ PR 126 ਨੂੰ ਪ੍ਰੈਫਰ ਕਰਦੇ ਹਾਂ। ਸੀਡਲਿੰਗਸ ਦੀ ਏਜ ਕਿੰਨੀ ਹੋਊਗੀ ਇਹ ਵੀ ਆਪਾਂ ਪੜ੍ਹ ਚੁੱਕੇ ਹਾਂ ਵੀ ਨਾਰਮਲੀ ਤਾਂ ਬਾਕੀ ਸਾਰੀਆਂ ਵੈਰਾਈਟੀਆਂ ਲਈ ਆਪਾਂ ਨੂੰ 30-35 ਡੇਜ਼ 올ਡ ਸੀਡਲਿੰਗ ਚਾਹੀਦੀ ਆ, ਬਟ PR 126 ਜਿਹੜੀ ਕਿ ਸ਼ਾਰਟ ਡਿਊਰੇਸ਼ਨ ਵੈਰਾਈਟੀ ਆ, ਇਹਦੇ ਵਿੱਚ ਆਪਾਂ 25 ਤੋਂ 30 ਦਿਨ ਦੀ ਹੀ ਪਨੀਰੀ ਆਪਾਂ ਟ੍ਰਾਂਸਪਲਾਂਟ ਕਰ ਦੇਣੀ ਆ। ਸੀਡਲਿੰਗ ਇਨੋਕੂਲੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਕਿ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਹੈ, ਕਹਿੰਦੇ ਵੀ ਐਜ਼ੋਸਪਾਇਰੀਲੀਅਮ ਵਰਤੋ। ਤਾਂ ਐਜ਼ੋਸਪਾਇਰੀਲੀਅਮ ਕਿਵੇਂ ਵਰਤਣਾ, 1 ਪੈਕੇਟ ਹੈ ਨਾ ਜਿਹੜਾ ਬਾਇਓ ਫਰਟੀਲਾਈਜ਼ਰ ਜਿਹੜੇ ਯੂਨੀਵਰਸਿਟੀ ਦਿੰਦੀ ਆ, ਕੋਈ ਵੀ ਬਾਇਓ ਫਰਟੀਲਾਈਜ਼ਰ ਦਿੰਦੀ ਹੋਵੇ, ਜ਼ਿਆਦਾਤਰ 1 ਪੈਕੇਟ ਹੈ ਜਿਹੜਾ ਅੱਧੇ ਕਿਲੋ ਦਾ ਹੀ ਹੋਊਗਾ, ਠੀਕ ਹੈ। ਤਾਂ 1 ਪੈਕੇਟ ਇਜ਼ ਇਕੁਅਲ ਟੂ ਹਾਫ kg। ਉਹ ਕਹਿੰਦੇ ਵੀ 1 ਕਿੱਲੇ ਲਈ 1 ਏਕੜ ਦਾ ਜਿਹੜੀ ਪਨੀਰੀ ਆ ਉਹਦੇ ਰੂਟਸ ਨੂੰ ਤੁਸੀਂ 1 ਪੈਕੇਟ ਐਜ਼ੋਸਪਾਇਰੀਲੀਅਮ ਦੇ ਵਿੱਚ ਭਿਉਂ ਦਿਓ। ਹੁਣ 1 ਪੈਕੇਟ ਐਜ਼ੋਸਪਾਇਰੀਲੀਅਮ ਇੰਨੇ ਸਾਰੇ ਰੂਟਸ ਲਈ ਤਾਂ ਘੱਟ ਹੋਊਗਾ, ਉਹਨੂੰ ਆਪਾਂ ਫਾਰਮੂਲੇਸ਼ਨ ਬਣਾਵਾਂਗੇ 100 ਲੀਟਰ ਪਾਣੀ ਦੇ ਵਿੱਚ ਪਾ ਕੇ, ਠੀਕ ਹੈ। 100 ਲੀਟਰ ਪਾਣੀ ਲਿਆ, ਅੱਧਾ ਕਿਲੋ ਐਜ਼ੋਸਪਾਇਰੀਲੀਅਮ ਲਈ 1 ਪੈਕੇਟ, ਠੀਕ ਹੈ। ਉਹਦੇ ਵਿੱਚ ਆਪਾਂ ਨਰਸਰੀ ਸੀਡਲਿੰਗਸ ਆ ਜਿਹੜੇ ਆਪਾਂ ਨਰਸਰੀ ਤੋਂ ਲੈ ਕੇ ਆਏ ਆ ਉਹਨਾਂ ਨੂੰ ਭਿਉਂ ਦੇਣਾ। ਕਿੰਨੇ ਚਿਰ ਲਈ ਭਿਉਣਾ, ਬਾਹਲਾ ਲੰਮਾ ਸਮਾਂ ਨਹੀਂ, ਸਿਰਫ ਪੌਣੇ ਘੰਟੇ ਲਈ, ਮਤਲਬ 45 ਮਿੰਟਸ ਲਈ। ਪੰਜਾਬੀ ਭਾਸ਼ਾ ਦੇ ਵਿੱਚ ਸਿਰਫ ਪੌਣੇ ਘੰਟੇ ਲਈ, ਠੀਕ ਹੈ, 45 ਮਿੰਟਸ ਲਈ ਭਿਉਂ ਕੇ ਤੇ ਨਾਲ ਦੀ ਨਾਲ ਆਪਾਂ ਉਹਨੂੰ ਬੀਜ ਦੇਣਾ। ਫਿਰ ਟ੍ਰਾਂਸਪਲਾਂਟ ਕਰਨ ਦੇ ਵੀ ਕਹਿੰਦੇ ਮੈਥਡ ਆ ਕਿੰਨੇ, 3। ਜੇ ਪਹਿਲਾਂ ਪੜ੍ਹੀਏ ਤਾਂ ਫਲੈਟ ਪਡਲਡ ਪਲਾਂਟਿੰਗ ਜਿਹੜੀ ਕਿ ਆਮ ਤੌਰ ਤੇ ਆਪਾਂ ਫੀਲਡਸ ਦੇ ਵਿੱਚ ਕਰਦੇ ਹਾਂ, ਵਾਹਵਾ ਸਾਰਾ ਪਾਣੀ ਖੜਾ ਕਰ ਲੈਂਦੇ ਹਾਂ। ਬੇਸਿਕਲੀ ਰਿਕਮੈਂਡਡ ਆ ਇਹ ਗੈਸ 10 ਸੈਂਟੀਮੀਟਰ, ਤੇ ਉਹਦੇ ਵਿੱਚ ਆਪਾਂ ਲੇਬਰ ਦੀ ਹੈਲਪ ਨਾਲ ਟ੍ਰਾਂਸਪਲਾਂਟਿੰਗ ਕਰ ਦਿੰਦੇ ਹਾਂ। ਜੇ ਤਾਂ ਆਪਾਂ ਸਮੇਂ ਸਿਰ ਟ੍ਰਾਂਸਪਲਾਂਟਿੰਗ ਕੀਤੀ ਹੈ ਤਾਂ ਆਪਾਂ ਸਪੇਸਿੰਗ ਰੱਖਾਂਗੇ 20, 15 ਤੇ 2 ਜਾਂ 3 ਸੈਂਟੀਮੀਟਰ। ਤੇ PR 126 ਤਾਂ ਵੈਸੇ ਹੀ ਲੇਟ ਟ੍ਰਾਂਸਪਲਾਂਟਿੰਗ ਲਈ ਵਰਤੀ ਜਾਂਦੀ ਹੈ, ਤਾਂ ਇਹਦਾ ਸਮੇਂ ਸਿਰ ਤਾਂ ਲੇਟ ਹੀ ਹੈ, ਠੀਕ ਹੈ। ਤਾਂ ਲੇਟ ਟ੍ਰਾਂਸਪਲਾਂਟਿੰਗ PR 126 ਦੀ ਜਾਂ ਨਾਰਮਲ ਟ੍ਰਾਂਸਪਲਾਂਟਿੰਗ ਬਾਕੀ ਸਾਰੀਆਂ ਵੈਰਾਈਟੀਆਂ ਦੀ ਜੇ ਆਪਾਂ ਕੀਤੀ ਆ ਤਾਂ 20 ਸੈਂਟੀਮੀਟਰ ਤਾਂ ਆਪਾਂ ਰੱਖਾਂਗੇ ਰੋ ਟੂ ਰੋ ਕਿੰਨਾ ਰੱਖਾਂਗੇ 20, ਪਲਾਂਟ ਟੂ ਪਲਾਂਟ ਕਿੰਨਾ ਰੱਖਾਂਗੇ 15, ਠੀਕ ਹੈ। ਤੇ ਉਹਦੀ ਡੈਪਥ ਕਿੰਨੀ ਰੱਖਾਂਗੇ 2 ਤੋਂ 3 ਸੈਂਟੀਮੀਟਰ। ਦੂਜੇ ਕੇਸ ਦੇ ਵਿੱਚ ਕਹਿੰਦੇ ਵੀ ਜੇ ਆਪਾਂ ਨਾਰਮਲ ਜਿਹੜੇ ਬਾਕੀ ਸਾਰੀਆਂ ਵੈਰਾਈਟੀਆਂ PR 126 ਨੂੰ ਛੱਡ ਕੇ ਆਪਾਂ ਲੇਟ ਹੋ ਗਏ ਲਾਉਂਦੇ ਹਨਾ, ਫਿਰ ਆਪਾਂ ਉਹ ਘਟਾ ਦਿਆਂਗੇ, ਸਪੇਸਿੰਗ ਘਟਾ ਦਿਆਂਗੇ।
15 × 15 ਸੈਂਟੀਮੀਟਰ ਰੱਖ ਦਾਂਗੇ। ਜਿੱਥੇ ਨਾਰਮਲੀ 33 ਹਿਲਸ ਪਰ ਸਕੁਅਰ ਮੀਟਰ ਆਉਣੀ ਸੀ, ਇੱਕ ਹਿਲ ਦੇ ਵਿੱਚ 2 ਸੀਡਲਿੰਗਸ ਹੈ ਕਹਿੰਦੇ। ਇੱਕ ਹਿਲ ਦਾ ਮਤਲਬ ਕਿ 2 ਸੀਡਲਿੰਗਸ ਆਪਾਂ ਇਕੱਠੇ ਬੀਜੇ ਹਨਾ। ਨਾਰਮਲੀ ਜਿੱਥੇ 33 ਹਿਲਸ ਆਉਣੇ ਸੀ ਇੱਕ ਸਕੁਅਰ ਮੀਟਰ ਦੇ ਵਿੱਚ, ਮੀਟਰ ਸਕੁਅਰ ਦੇ ਵਿੱਚ ਹਨਾ, ਉੱਥੇ ਕਹਿੰਦੇ ਵੀ ਜੇ ਲੇਟ ਟ੍ਰਾਂਸਪਲਾਂਟਿੰਗ ਕੀਤੀ ਆ, ਇੰਨੀ ਆਪਾਂ 15 × 15 ਸਪੇਸਿੰਗ ਰੱਖੀ ਆ, ਤਾਂ ਉੱਥੇ 44 ਹਿਲਸ ਪਰ ਮੀਟਰ ਸਕੁਅਰ ਆਪਾਂ ਉਹ ਬਣ ਜੂਗੀ ਪਲਾਂਟ ਪੋਪੂਲੇਸ਼ਨ। ਤੇ ਜੇ ਆਪਾਂ ਰਿਜ ਜਾਂ ਬੈੱਡ ਟ੍ਰਾਂਸਪਲਾਂਟਿੰਗ ਕਰਨੀ ਆ ਫੇਰ ਕਿਵੇਂ ਕਰਾਂਗੇ? ਰਿਜ ਮਤਲਬ ਵੱਟਾਂ, ਬੈੱਡ ਮਤਲਬ ਰਿਜ ਮਤਲਬ ਵੱਟਾਂ, ਬੈੱਡ ਮਤਲਬ ਬੈੱਡ ਬਣਾਏ ਜਿਹੜੇ ਆਪਾਂ, ਠੀਕ ਹੈ। ਬੈੱਡ ਜਿਹੜੇ ਉੱਤੋਂ ਫਲੈਟ ਹੋਣਗੇ ਤੇ ਰਿਜ ਤਾਂ ਆਪਾਂ ਨੂੰ ਪਤਾ ਹੀ ਹੈ ਵੱਟਾਂ, ਠੀਕ ਹੈ। ਤੇ ਉਹ ਕਹਿੰਦੇ ਵੀ ਜੇ ਤਾਂ ਤੁਸੀਂ ਵੱਟਾਂ ਤੇ ਕਰਨੀ ਆ ਤਾਂ ਕਿੰਨੀ ਸਪੇਸਿੰਗ ਹੋ ਜੂਗੀ? ਰੋ ਟੂ ਰੋ 60 ਸੈਂਟੀਮੀਟਰ, ਪਲਾਂਟ ਟੂ ਪਲਾਂਟ 10 ਸੈਂਟੀਮੀਟਰ। ਤੇ ਜੇ ਕਰਨੀ ਆ ਤੁਸੀਂ ਬੈੱਡਸ ਦੇ ਉੱਤੇ ਤਾਂ ਬੈੱਡ ਆਪਾਂ 67.5 ਸੈਂਟੀਮੀਟਰ ਦਾ ਜ਼ਿਆਦਾਤਰ ਬਣਾਉਣੇ ਆ, ਠੀਕ ਹੈ। ਤੇ ਪਲਾਂਟ ਟੂ ਪਲਾਂਟ ਸਪੇਸਿੰਗ 10 ਨਾਲੋਂ 1 ਘਟਾ ਦਿਓ, 9 ਸੈਂਟੀਮੀਟਰ ਇੰਨੀ ਰੱਖਾਂਗੇ ਆਪਾਂ। ਜੇ ਆਪਾਂ ਇਰੀਗੇਸ਼ਨ ਦੀ ਗੱਲ ਕਰੀਏ, ਪਹਿਲੇ 15 ਦਿਨ ਤਾਂ ਕਹਿੰਦੇ ਡੇਲੀ ਬੇਸਿਸ ਤੇ ਆਪਾਂ ਇਰੀਗੇਸ਼ਨ ਲਾਉਣੀ ਆ। ਉਦੋਂ ਬਾਅਦ ਕੀ ਕਰਨਾ? ਉਦੋਂ ਬਾਅਦ ਆਪਾਂ ਇਉਂ ਕਰਿਆ ਕਰਨਾ ਵੀ ਰਾਈਸ ਦੇ ਫੀਲਡ ਨੂੰ ਪਹਿਲਾਂ ਫਲੱਡ ਕਰ ਦੇਣਾ, ਠੀਕ ਹੈ। ਫਿਰ ਉਹਨੂੰ ਵੇਂਦੇ ਰਹਿਣਾ ਵੀ ਭਾਈ ਇਹ ਸੁੱਕੂਗਾ ਕਦੋਂ, ਠੀਕ ਹੈ। ਉਹਦੇ ਸੁੱਕਣ ਤੋਂ ਮਤਲਬ ਜਦੋਂ ਇਨਫਿਲਟਰੇਟ ਹੋ ਗਿਆ ਪਾਣੀ ਪੂਰੇ ਦਾ ਪੂਰਾ ਮਿੱਟੀ ਦੇ ਵਿੱਚ, ਜਮਾਂ ਸੋਕਾ ਨਹੀਂ ਪਾਉਣਾ, ਮਤਲਬ ਪਾਣੀ ਇਨਫਿਲਟਰੇਟ ਹੋ ਗਿਆ, ਆਪਾਂ ਨੂੰ ਖੜਾ ਪਾਣੀ ਨਹੀਂ ਦਿਸ ਰਿਹਾ, ਠੀਕ ਹੈ। ਉਦੋਂ ਬਾਅਦ ਆਪਾਂ ਫਿਰ 2 ਦਿਨ ਰੁਕ ਜਾਣਾ। 2 ਦਿਨ ਰੁਕਣ ਤੋਂ ਬਾਅਦ ਫਿਰ ਆਪਾਂ ਉਹਨੂੰ ਪਾਣੀ ਲਾਉਣਾ। ਪਹਿਲੇ 15 ਦਿਨ ਤਾਂ ਆਪਾਂ ਰੋਜ਼-ਰੋਜ਼ ਲਾਉਣਾ। ਉਦੋਂ ਬਾਅਦ ਫਿਰ ਆਪਾਂ ਵੇਖਣਾ ਵੀ ਪਾਣੀ ਜਦੋਂ ਖੜਾ ਨਹੀਂਗਾ, ਫਿਰ 2 ਦਿਨ ਰੁਕ ਕੇ ਆਪਾਂ ਉਹਨੂੰ ਪਾਣੀ ਲਾਉਣਾ। ਤੇ 15 ਦਿਨ ਪਹਿਲਾਂ ਆਪਾਂ ਪਾਣੀ ਲਾਉਣਾ ਬੰਦ ਕਰ ਦੇਣਾ ਮੈਚਿਓਰਿਟੀ ਤੋਂ। ਜਦੋਂ ਆਪਾਂ ਨੂੰ ਲੱਗੇ ਨਾ ਵੀ ਹੁਣ ਭਾਈ ਆਪਣੀ ਫਸਲ ਆ ਜਿਹੜੀ ਇਹਨੂੰ ਪੱਕਣ ਨੂੰ 15 ਦਿਨ ਹੀ ਰਹਿ ਗਏ ਹਾਰਵੈਸਟ ਕਰਨ ਨੂੰ, ਉਦੋਂ ਆਪਾਂ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦੇਣਾ ਉਹਨੂੰ। ਰਿਜ ਜਾਂ ਬੈੱਡ ਪਲਾਂਟਿੰਗ ਦੇ ਕੇਸ ਦੇ ਵਿੱਚ ਜੋ ਵੀਡ ਕੰਟਰੋਲ ਦੀ ਗੱਲ ਕਰੀਏ, ਇਹਨਾਂ ਨੇ ਫਿਰ ਨੋਮਿਨੀ ਗੋਲਡ ਆਪਾਂ ਨੂੰ ਰਿਕਮੈਂਡ ਕੀਤਾ ਬਿਸਪਾਇਰੀ ਬੈਗ। 20 ਤੋਂ 25 ਦਿਨਾਂ ਤੋਂ ਬਾਅਦ ਟ੍ਰਾਂਸਪਲਾਂਟਿੰਗ ਦੇ ਉਹ ਕਹਿੰਦੇ ਵੀ ਇਹਨੂੰ ਵਰਤ ਲਓ ਤਾਂ ਕਿ ਵੀਡਸ ਆਪਣੇ ਕੰਟਰੋਲ ਦੇ ਵਿੱਚ ਰਹਿ ਸਕਣ। ਹੈਂਡ ਪੁਲਿੰਗ ਵੀ ਕਰ ਸਕਦੇ ਹੱਥਾਂ ਨਾਲ ਪੱਟਣਾ ਤਾਂ। ਫਿਰ ਤੀਜਾ ਮੈਥਡ ਕੀ ਹੈ ਟ੍ਰਾਂਸਪਲਾਂਟਿੰਗ ਦਾ? ਮੈਕੈਨੀਕਲ ਟ੍ਰਾਂਸਪਲਾਂਟਿੰਗ। ਮਤਲਬ ਮੈਟ ਟਾਈਪ ਨਰਸਰੀ ਦੀ ਜਿਹੜੀ ਆ ਉਹ ਮੈਕੈਨੀਕਲ ਟ੍ਰਾਂਸਪਲਾਂਟਿੰਗ ਹੋਊਗੀ। ਕਿੱਦਾਂ? ਰਾਈਸ ਟ੍ਰਾਂਸਪਲਾਂਟਰ, ਉਹਦੇ ਵਿੱਚ ਆਪਾਂ ਮੈਕੈਨੀਕਲ ਇੱਕ ਇੰਸਟਰੂਮੈਂਟ ਵਰਤਾਂਗੇ, ਰਾਈਸ ਟ੍ਰਾਂਸਪਲਾਂਟਰ ਵਰਤਾਂਗੇ, ਠੀਕ ਹੈ। ਤਾਂ ਜੇ ਕੋਈ ਪੁੱਛੇ ਰਾਈਸ ਟ੍ਰਾਂਸਪਲਾਂਟਰ ਕਾਹਦੇ ਲਈ ਵਰਤਿਆ ਜਾਂਦਾ? ਮੈਟ ਟਾਈਪ ਨਰਸਰੀ ਨੂੰ ਟ੍ਰਾਂਸਪਲਾਂਟ ਕਰਨ ਲਈ ਰਾਈਸ ਟ੍ਰਾਂਸਪਲਾਂਟਰ ਵਰਤਿਆ ਜਾਂਦਾ। ਇਹਦੇ ਵਿੱਚ ਆਪਾਂ ਜਿਹੜੇ ਆਪਣੇ ਮੈਟ ਸੀਗੇ ਸੀਡਲਿੰਗਸ ਨਾਲ ਭਰੇ ਹਨਾ, ਤੇ ਰਾਈਸ ਪਲਾਂਟਰ 'ਚ ਆਪਾਂ ਪਾ ਦਾਂਗੇ ਤੇ ਆਪੇ ਲੇ ਕਰੀ ਚੱਲੂਗਾ। ਹੁਣ ਕਿੱਦਾਂ ਕਰਦਾ ਇਹ ਤਾਂ ਮੈਂ ਕਦੇ ਸਹੀ ਤਰੀਕੇ ਨਾਲ ਦੇਖਿਆ ਨਹੀਂ। ਜੇ YouTube ਤੇ ਵੀਡੀਓ ਲੱਭਦੀ ਹੈ ਤਾਂ ਤੁਸੀਂ ਥੱਲੇ ਥੱਲੇ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਉਹ ਸ਼ੇਅਰ ਕਰ ਦਿਓ। ਤੇ ਇਹਦੇ ਵਿੱਚ ਜਿਹੜੀ ਮੈਕੈਨੀਕਲ ਟ੍ਰਾਂਸਪਲਾਂਟਿੰਗ ਆਪਾਂ ਕਰਾਂਗੇ ਮੈਟ ਟਾਈਪ ਨਰਸਰੀ ਦੀ, ਉਹਦੀ ਸਪੇਸਿੰਗ ਕਿੰਨੀ ਹੋਊਗੀ? ਬਾਕੀਆਂ ਨਾਲੋਂ ਵੱਖਰੀ ਆ। ਜਿਵੇਂ ਆਪਾਂ 20 ਤੇ 15 ਪੜ੍ਹੀ ਆ ਸਪੇਸਿੰਗ, 15 ਤੇ 15 ਪੜ੍ਹੀ ਆ, ਜਾਂ ਆਪਾਂ ਰਿਜਸ ਦੇ ਵਿੱਚ ਆਪਾਂ 60 × 10 ਪੜ੍ਹੀ ਆ, ਤੇ ਬੈਡਸ ਦੇ ਵਿੱਚ ਆਪਾਂ ਪੜ੍ਹੀ ਆ 67.5 × 9, ਤੇ ਇੱਥੇ ਆਪਾਂ ਪੜ੍ਹ ਲਈ 30 × 12 ਸੈਂਟੀਮੀਟਰ ਸਪੇਸਿੰਗ। ਫਿਰ ਅੱਗੇ ਆਉਂਦਾ ਵੀਡ ਕੰਟਰੋਲ। ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਮੈਂ ਆਸ ਕਰਦੀ ਹਾਂ ਕਿ ਹੁਣ ਤੱਕ ਦਾ ਜਿਹੜਾ ਆਪਾਂ ਕੰਮ ਕੀਤਾ ਹੁਣ ਤੱਕ 2 ਵੀਡੀਓਜ਼ ਦੇ ਵਿੱਚ ਆਪਾਂ ਜਿੰਨਾ ਝੋਨੇ ਬਾਰੇ ਪੜ੍ਹਿਆ ਉਹ ਤੁਹਾਨੂੰ ਸਮਝ ਆ ਗਿਆ ਹੋਊਗਾ। ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰ ਦਿਓ। ਆਪਦੀ ਸੁਜੈਸ਼ਨ ਜ਼ਰੂਰ ਦੇ ਦਿਓ ਕੀ ਚੀਜ਼ ਚੰਗੀ ਲੱਗੀ ਤੇ ਕੀ ਮਾੜੀ ਲੱਗੀ, ਤਾਂ ਕਿ ਆਪਾਂ ਅਗਲੀ ਵੀਡੀਓਜ਼ ਆ ਜਿਹੜੀਆਂ ਅਗਲੀਆਂ ਉਹ ਆਪਾਂ ਹੋਰ ਵਧੀਆ ਬਣਾ ਸਕੀਏ। ਤੇ ਕਿਰਪਾ ਕਰਕੇ ਸ਼ੇਅਰ ਵੀ ਕਰ ਦਿਓ। ਸਿਰਫ ਆਪਦਾ ਹੀ ਭਲਾ ਨਾ ਕਰੋ, ਆਪਦੇ ਨਾਲਦਿਆਂ ਦਾ ਭਲਾ ਵੀ ਆਪਾਂ ਕਰ ਲਈਏ। ਸੋ ਸ਼ੇਅਰ ਵੀ ਜ਼ਰੂਰ ਕਰ ਦੇਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ, ਤਾਂ ਕਿ ਮੈਨੂੰ ਵੀ ਇਨਕਰੇਜਮੈਂਟ ਮਿਲਦੀ ਰਹੇ ਕਿ ਮੈਂ ਵੱਧ ਤੋਂ ਵੱਧ ਕੰਟੈਂਟ ਬਣਾਵਾਂ ਤੇ ਤੁਹਾਡੇ ਅੱਗੇ ਪੇਸ਼ ਕਰਾਂ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।